ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਤਰੀਕ ਹੈ 19 ਮਈ, ਸ਼ਾਮ ਦੇ 5:30 ਹੋਏ ਨੇ। ਦਿਨ ਹੈ ਜੀ ਮੰਗਲਵਾਰ। ਸੋ ਪ੍ਰੋਗਰਾਮ ਸ਼ਮਾਦਾਨ ਤੋਂ ਅਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਲਾਈਵ ਸੁਣ ਰਹੇ ਹੋ। ਇਸ ਪ੍ਰੋਗਰਾਮ ਦੇ ਵਿੱਚ ਸਰਦਾਰ ਬਖਤੌਰ ਸਿੰਘ ਢਿੱਲੋਂ, ਸਰਦਾਰ ਜਸਪੀਰ ਸਿੰਘ ਭੱਟੀ ਤੋਂ ਇਲਾਵਾ ਸਾਡੇ ਪੰਜਾਬ ਦੇ ਅਹਿਮ ਪੱਤਰਕਾਰ ਤੁਹਾਡੇ ਨਾਲ ਤਾਜ਼ਾ ਤਰੀਨ ਖਬਰਾਂ ਲੈ ਕੇ ਹਾਜ਼ਰ ਹੁੰਦੇ ਨੇ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਤੋਂ ਸਾਡੇ ਸਤਿਕਾਰਤ ਲਿਸਨਰਸ ਅਤੇ ਜਗਜੀਤ ਸਿੰਘ ਲੰਡਨ ਵੱਲੋਂ। ਸੋ ਪਹਿਲਾਂ ਕੁਛ ਤਾਜ਼ਾ ਤਰੀਨ ਖਬਰਾਂ ਤੇ ਫਿਰ ਸਰਦਾਰ ਢਿੱਲੋਂ ਨਾਲ ਅੱਗੇ ਚੱਲਾਂਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪ੍ਰਵਾਸੀ ਕਿਰਤੀਆਂ ਦੀ ਘਾਟ ਦੇ ਮੱਦੇਨਜ਼ਰ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ ਅਧੀਨ ਕਿਰਤ ਕਾਰਡ ਧਾਰਕਾਂ ਨੂੰ ਪੰਜਾਬ ਅੰਦਰ ਹਾੜੀ ਸਾਉਣੀ ਸੀਜ਼ਨ 2020-2021 ਦੌਰਾਨ ਦੋਵਾਂ ਫਸਲਾਂ ਲਈ ਖੇਤ 'ਚ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਅਮਰੀਕਾ ਗਏ ਅੱਖਾਂ 'ਚ ਗਰਭ 'ਚ ਚਮਕ ਦਮਕ ਦੀ ਦੁਨੀਆ ਦੇ ਸੁਪਨੇ ਪਾਲਦੇ ਹੋਏ ਕੋਈ 167 ਭਾਰਤੀ ਟਰੰਪ ਸਰਕਾਰ ਦੇ ਰਿੱਕੇ ਚੜ੍ਹਨ ਜਾਣ ਤੋਂ ਬਾਅਦ ਕਾਨੂੰਨੀ ਲੜਾਈ ਹਾਰ ਗਏ ਨੇ। ਇਹਨਾਂ ਨੂੰ ਅੱਜ ਉੱਥੋਂ ਡਿਪੋਰਟ ਕੀਤਾ ਤੇ ਹਵਾਈ ਜਹਾਜ਼ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਪਹੁੰਚਿਆ। ਕੁੱਲ ਗਿਣਤੀ 167 ਦੱਸੀ ਜਾ ਰਹੀ ਹੈ। ਕਰੋਨਾ ਮਹਾਮਾਰੀ ਕਾਰਨ ਦੇਸ਼ ਭਰ ਵਿੱਚ ਤਾਲਾਬੰਦੀ ਅਤੇ ਸੂਬੇ ਅੰਦਰ ਕਰਫਿਊ ਕਾਰਨ ਫਸੇ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਲਈ ਫਿਰੋਜ਼ਪੁਰ ਮੰਡਲ ਵੱਲੋਂ ਵੱਖ-ਵੱਖ ਰਾਜਾਂ ਲਈ ਚਲਾਈਆਂ ਜਾ ਰਹੀਆਂ ਸ਼੍ਰਮਿਕ ਸਪੈਸ਼ਲ ਰੇਟ ਗੱਡੀਆਂ ਦੀ ਲੜੀ ਤਹਿਤ ਅੱਜ ਪੰਜਾਬ ਰਾਜ ਤੋਂ ਵਿਸ਼ੇਸ਼ ਰੇਲ ਗੱਡੀ ਚਲਾਈ ਗਈ। ਇਹ ਕੁੱਲ ਗੱਡੀਆਂ ਦੀ ਚੱਲਣ ਵਾਲਿਆਂ ਦੀ ਗਿਣਤੀ 220 ਸੀ। 200th ਟ੍ਰੇਨ ਜਿਹੜੀ ਹੈ ਉਹ ਅੰਮ੍ਰਿਤਸਰ ਤੋਂ ਮਿਰਾਜ ਮਹਾਰਾਸ਼ਟਰ ਲਈ ਕੋਈ 642 ਯਾਤਰੀ ਲੈ ਕੇ ਰਵਾਨਾ ਹੋਈ। ਫਿਰੋਜ਼ਪੁਰ ਡਿਵੀਜ਼ਨ ਦੇ ਰੇਲ ਪ੍ਰਬੰਧਕ ਰਜੇਸ਼ ਅਗਰਵਾਲ ਨੇ ਦੱਸਿਆ ਕਿ ਪੰਜਾਬ ਤੋਂ ਰਵਾਨਾ ਹੋਣ ਵਾਲੀਆਂ ਵਿਸ਼ੇਸ਼ ਗੱਡੀਆਂ ਵਿੱਚ 163 ਫਿਰੋਜ਼ਪੁਰ ਮੰਡਲ, ਅੰਬਾਲਾ ਮੰਡਲ ਦੀਆਂ 37 ਰੇਲ ਗੱਡੀਆਂ ਸ਼ਾਮਲ ਨੇ। ਅੰਮ੍ਰਿਤਸਰ ਤੋਂ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਭਰ ਵਿੱਚੋਂ ਕੋਈ 200 ਵਿਸ਼ੇਸ਼ ਰੇਲ ਗੱਡੀਆਂ ਇਹਨਾਂ ਮਜ਼ਦੂਰਾਂ ਨੂੰ ਉਹਨਾਂ ਦੇ ਪਿੱਤਰੀ ਰਾਜਾਂ ਦੇ ਵਿੱਚ ਲੈ ਕੇ ਗਈਆਂ ਨੇ। ਤੇ ਮਲਸੀਆਂ ਵਿਖੇ ਅੱਜ ਇੱਕ ਤੇਲ ਟੈਂਕਰ ਵੱਲੋਂ ਸਕੂਟਰੀ ਸਵਾਰ 2 ਔਰਤਾਂ ਨੂੰ ਦਰੜ ਦਿੱਤਾ, ਜਿਸ ਵਿੱਚ ਇੱਕ ਬੱਚੇ ਦੀ ਵੀ ਮੌਤ ਹੋ ਗਈ। ਕਰੋਨਾ ਤੋਂ ਬਾਅਦ ਦਸੂਹਾ ਦੇ ਪਿੰਡ ਪੰਡੋਰੀ ਅਰਾਈਆਂ ਵਿੱਚ ਮਲੇਰੀਆ ਨੇ ਦਸਤਕ ਦੇ ਦਿੱਤੀ ਹੈ। ਪੰਡੋਰੀ ਅਰਾਈਆਂ ਵਿੱਚ ਇੱਕ ਵਿਅਕਤੀ ਬਿਮਾਰ ਸੀ ਜੋ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਜੇਰੇ ਇਲਾਜ ਸੀ ਤੇ ਉਹਦਾ ਮਲੇਰੀਆ ਕਾਰਨ ਜਦੋਂ ਜਾਂਚ ਕੀਤੀ ਤਾਂ ਉਸ ਵਿੱਚ ਮਲੇਰੀਏ ਦਾ ਮੱਛਰ ਪਣਪਿਆ ਤੇ ਉਸ ਨੂੰ ਖਤਮ ਕਰਨ ਦੇ ਵੀ ਉੱਥੇ ਯਤਨ ਕੀਤੇ ਜਾ ਰਹੇ ਨੇ ਪਿੰਡ ਦੇ ਵਿੱਚ, ਪਰ ਇਹ ਵਿਅਕਤੀ ਮਲੇਰੀਏ ਦੀ ਦਾ ਸ਼ਿਕਾਰ ਹੋ ਗਿਆ। ਨਾਭਾ ਦੀ ਅਤੀ ਸੁਰੱਖਿਆ ਜੇਲ੍ਹ ਵਿੱਚੋਂ ਪੁਲਿਸ ਵੱਲੋਂ ਅਚਨਚੇਤ ਤਲਾਸ਼ੀ ਦੌਰਾਨ 2 ਮੋਬਾਈਲ ਬਰਾਮਦ ਕੀਤੇ ਨੇ। ਤੇ ਜ਼ਿਲ੍ਹਾ ਪੁਲਿਸ ਮੁਖੀ ਫਤਿਹਗੜ੍ਹ ਸਾਹਿਬ ਅਮਨੀਤ ਕੌਡਲ ਦੇ ਮੁਤਾਬਕ ਨਜਾਇਜ਼ ਸ਼ਰਾਬ ਅਤੇ ਲਾਹਣ ਰੱਖਣ ਵਾਲਿਆਂ ਤੋਂ ਇਲਾਵਾ ਇੱਕ ਮੌਕੇ ਤੇ ਚਾਲੂ ਭੱਠੀ ਵੀ ਕਾਬੂ ਕੀਤੀ ਗਈ ਹੈ। ਤੇ ਸੋਹੀਆਂ ਕਲਾਂ ਅੰਮ੍ਰਿਤਸਰ ਦੇ ਵਿੱਚ ਅੱਜ ਇੱਕ ਬੈਂਕ ਬ੍ਰਾਂਚ ਵਿੱਚੋਂ 10,29,000 ਰੁਪਏ 200 ਰੁਪਏ ਦੀ ਲੁੱਟ ਹੋਣ ਦੀ ਖਬਰ ਆਈ ਹੈ। ਚੋਰਾਂ ਵੱਲੋਂ ਮੁਲਾਜ਼ਮਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਉਹਨਾਂ ਦੇ ਮੂੰਹ ਦੇ ਵਿੱਚ ਕੱਪੜਾ ਤੁੰਨ ਕੇ ਉੱਥੋਂ ਫਰਾਰ ਹੋ ਗਏ। ਤੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪ੍ਰਵਾਸੀਆਂ ਦੀ ਗੱਲ ਕਰਦੇ। ਇੱਕ ਦੁਖਾਂਤ ਵਾਪਰਿਆ ਸੀਗਾ ਯੂਪੀ ਤੇ ਦਿੱਲੀ ਦੇ ਬਾਰਡਰ ਦੇ ਨੇੜੇ ਜਿਹੀ। ਉੱਥੇ 24 ਮਜ਼ਦੂਰ ਇੱਕੋ ਸਮੇਂ ਮਾਰੇ ਗਏ ਸੀ। ਹਜੇ ਗਿਣਤੀ ਵੱਧ ਰਹੀ ਹੈ। ਢਿੱਲੋਂ ਸਾਹਿਬ, ਜਿਹੜੇ ਢੰਗ ਨਾਲ ਉਹਨਾਂ ਨੂੰ ਘਰਾਂ ਨੂੰ ਭੇਜਿਆ ਗਿਆ ਨਾ ਯੂਪੀ ਸਰਕਾਰ ਨੇ, ਮੈਨੂੰ ਲੱਗਦਾ ਉਹ ਇੱਕ, ਜਿਵੇਂ ਆਪਾਂ ਗੱਲ ਕਰਦੇ ਹੁੰਦੇ ਨਾ ਚੰਨੂ ਵਾਲੀ ਕੁੜੀ ਦੀ, ਇੱਕੋ ਵਿਅਕਤੀ ਦੇ ਕਤਲ ਦਰ ਕਤਲ, ਇੱਕ ਬੱਚੀ ਦਾ ਕਤਲ ਦਰ ਕਤਲ, ਉਹ ਚੀਜ਼ ਇੱਥੇ ਮੈਨੂੰ ਨਜ਼ਰ ਆਈ ਕਿ ਜਿਹੜੇ ਇੱਕ ਤਾਂ ਉਹ
ਕਿੰਨੇ ਕਤਲ ਹੋਏ ਇਹਨਾਂ ਦੇ? ਜਦੋਂ ਪੈਦਲ ਤੁਰੇ ਉਦੋਂ ਕਤਲ, ਟਰੱਕ ਦੇ ਥੱਲੇ ਆਏ ਉਦੋਂ ਕਤਲ, ਜਦੋਂ ਲਾਸ਼ਾਂ ਹਸਪਤਾਲ ਗਈਆਂ ਉਦੋਂ ਕਤਲ, ਫਿਰ ਜਦੋਂ ਘਰੇ ਪਹੁੰਚਾਏ ਫਿਰ ਕਤਲ ਹੋਇਆ ਇਹਨਾਂ ਦਾ। ਮੇਰਾ ਖਿਆਲ ਹੈ ਵੀ ਦਾਹ ਸੰਸਕਾਰ ਹੋਣ ਤੋਂ ਬਾਅਦ ਵੀ ਉਹਨਾਂ ਦਾ ਕਤਲੇਆਮ ਜਾਰੀ ਹੈ ਜੀ, ਕਿਉਂਕਿ ਜਿਹੜੀਆਂ ਖਬਰਾਂ ਅਸੀਂ ਡਿਸਕਸ ਕਰਦੇ ਹਾਂ ਇਹ ਵੀ ਇੱਕ ਕਿਸਮ ਦਾ ਕਤਲ ਹੀ ਹੈ ਜੀ, ਕਿਉਂਕਿ ਮਰਿਆਂ ਦੀ ਮਿੱਟੀ ਫਰੋਲਣਾ ਜੀ, ਸਾਡੇ ਸਮਾਜ ਦੇ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ, ਪਰ ਹੁਣ ਕਰੀਏ ਕੀ? ਹੂੰ, ਸਰਕਾਰਾਂ ਨੇ ਕਰਤੂਤ ਹੀ ਇਹੋ ਜਿਹੀ ਕੀਤੀ ਹੈ ਜੀ, ਕਿ ਉਹਦਾ ਜ਼ਿਕਰ ਕੀਤੇ ਬਗੈਰ ਰਹਿ ਨਹੀਂ ਸਕਦੇ। ਹੂੰ, ਪਹਿਲੀ ਗੱਲ ਤਾਂ ਇਹ ਹੈ ਕਿ ਰਾਤ ਦੇ 8 ਵਜੇ ਆ ਕੇ ਇੱਕ ਸ਼ਾਹੀ ਫਰਮਾਨ ਜਾਰੀ ਕਰ ਦਿੰਦੇ ਆ ਪ੍ਰਧਾਨ ਮੰਤਰੀ ਸਾਹਿਬ ਜੀ, ਕਿ ਹੁਣ ਤੋਂ 4 ਘੰਟਿਆਂ ਬਾਅਦ ਸਭ ਕੁਝ ਲਾਕਡਾਊਨ। ਹੂੰ, ਜਿਹੜੇ ਲੱਖਾਂ ਕਰੋੜਾਂ ਬੰਦੇ ਆਪਣਾ ਰੁਜ਼ਗਾਰ ਪਾਲਣ ਵਾਸਤੇ ਆਪਣੇ ਘਰਾਂ ਨੂੰ ਛੱਡ ਕੇ ਦੂਜੇ ਸੂਬਿਆਂ 'ਚ ਗਏ, ਜੀ, ਉਹਨਾਂ ਬਾਰੇ ਸੋਚਿਆ ਸੀ ਹੂੰ, ਕਿ ਉਹਨਾਂ ਦੇ ਬੋਝੇ ਦੇ ਵਿੱਚ ਦਾਣੇ ਕਿੰਨੇ ਕੁ ਹੈ, ਜੀ, ਉਹਨਾਂ ਕੋਲੇ ਰੋਟੀ ਖਾਣ ਲਈ ਪੈਸੇ ਕਿੰਨੇ ਦਿਨਾਂ ਦੇ, ਤੇ ਉਹ ਤੋਂ ਬਾਅਦ ਜਦੋਂ ਉਹਨਾਂ ਨੂੰ ਕੰਮ ਨਾ ਮਿਲਿਆ ਤੇ ਕਰਨਗੇ ਕੀ? ਜੀ, ਲਾਕਡਾਊਨ ਦਾ ਐਲਾਨ ਹੁੰਦਾ ਹੈ ਤੇ ਐਲਾਨ ਹੁੰਦਿਆਂ ਸਾਰ ਜੀ, ਰਾਤ ਨੂੰ ਅਗਲੇ ਆਪਣਾ ਸਮਾਨ ਬੰਨ੍ਹਦੇ, ਸਵੇਰੇ ਜਦੋਂ ਉਹ ਉੱਠ ਕੇ ਤੁਰਨ ਲੱਗਦੇ ਹੈ ਜੀ, ਉਹਨਾਂ ਨੂੰ ਬਾਰਡਰਾਂ ਦੇ ਉੱਤੇ ਰੋਕਿਆ ਜਾਂਦਾ ਹੈ। ਕੁਝ ਉਤਸ਼ਾਹੀ ਉਦਮੀ ਲੋਕ ਨਿਕਲ ਗਏ, ਜੀ, ਉਹਨਾਂ ਦੇ ਨਾਲ ਫਿਰ ਬਾਰਡਰਾਂ ਦੇ ਉੱਤੇ ਕਿਵੇਂ ਉਹਨਾਂ ਨੂੰ ਸੈਨੀਟਾਈਜ਼ ਕੀਤਾ ਜਾਂਦਾ, ਉਹਨਾਂ ਤੇ ਸਪਰੇਅ ਕੀਤੀ ਜਾਂਦੀ ਹੈ, ਹੂੰ, ਕੀਟਨਾਸ਼ਕ ਕੀਤੀ ਜਾਂਦੀ ਹੈ। ਲਾਕਡਾਊਨ 1 ਮੋੜ ਲਿਆ, ਕੁਛ ਨੂੰ ਕੁਛ ਟੱਪ ਗਏ। ਫਿਰ ਜਿਹੜਾ ਸਖਤੀ ਕੀਤੀ ਜੀ। ਕੋਈ ਨਹੀਂ ਜਾਊਗਾ, ਲਾਕਡਾਊਨ 2 ਦਾ ਐਲਾਨ ਹੁੰਦਾ ਹੈ। ਲਾਕਡਾਊਨ 2 ਵੇਲੇ ਵੀ ਇਹੀ ਕੁਛ ਹੋਇਆ ਸੀ, ਹੂੰ, ਲੋਕ ਫੇਰ ਘਰਾਂ ਚੋਂ ਨਿਕਲੇ। ਜੀ, ਲਾਕਡਾਊਨ 3 ਦੌਰਾਨ ਵੀ ਇਹੀ ਕੁਛ ਹੋਇਆ ਸੀ, ਹੂੰ, ਤੇ ਲਾਕਡਾਊਨ 4 ਵੇਲੇ ਤਾਂ ਫਿਰ ਹੁਣ ਸਾਰਾ ਕੁਛ, ਬੰਦੇ ਵੀ ਉਵੇਂ ਹੀ ਮਰ ਰਹੇ ਆ, ਉਵੇਂ ਮਰ ਰਹੇ ਨੇ। ਜਿਹੜੀ ਕੇਸਾਂ ਦੇ ਵਿੱਚ ਵਾਧਾ ਵੀ ਉਸੇ ਤਰ੍ਹਾਂ ਨਾਲ ਹੁੰਦਾ ਹੈ। ਹੂੰ, ਤੇ ਹੁਣ ਇਹ ਕਹਤਾ ਜੀ ਕੋਈ ਗੱਲ ਨਹੀਂ, ਠੀਕ ਹੈ, ਚਲਾਓ ਕੰਮ ਜਿਵੇਂ ਚੱਲਦਾ ਹੈ। ਹੁਣ ਸੂਬਿਆਂ ਨੂੰ ਅਧਿਕਾਰ ਕਿਵੇਂ ਦੇਤੀ? ਹਾਂਜੀ, ਪਹਿਲਾਂ ਹੀ ਇਹ ਗੱਲ ਪਹਿਲਾਂ ਹੀ ਸੂਬਿਆਂ ਤੇ ਦੇ ਛੱਡ ਦਿੰਦੇ ਵੀ ਭਾਈ ਤੁਸੀਂ ਸੋਚੋ, ਵੇਖੋ ਇਹਨਾਂ ਨੂੰ ਕਿਵੇਂ ਕਰਨਾ ਹੈ। ਹੂੰ, ਉਦੋਂ ਤੋਂ ਹੁਕਮ ਸਾਦਰ ਕਰਤਾ ਕਿ ਜੀ ਛੇਤੀ ਕਰੋ, ਬਸ ਤੁਸੀਂ ਆ ਕਰੋ, ਆ ਕਰੋ, ਆ ਕਰੋ। ਤੋਂ ਅਫਸਰ ਹੁਕਮ ਦੇਈ ਜਾਂਦੇ, ਮੁੱਖ ਮੰਤਰੀ ਚਪੜਾਸੀਆਂ ਦੀ ਤਰ੍ਹਾਂ ਹੁਕਮ ਲਾਗੂ ਕਰੀ ਜਾਂਦੇ, ਮਜਬੂਰ ਆ ਕਰਨ ਵਾਸਤੇ। ਅਰੇ ਇਹਦੇ ਵਿੱਚੋਂ ਕਈ ਚੀਜ਼ਾਂ ਨਿਕਲਦੀਆਂ। ਵੈਸੇ ਇਹੋ ਜਿਹੇ ਹਾਲਾਤ ਜਿਹੋ ਜਿਹੇ ਭਾਰਤ ਦੇ ਵਿੱਚ ਹੁਣ ਹੋਏ ਹੈ, ਜੀ, ਐਮਰਜੈਂਸੀ ਲੱਗੇ ਤੋਂ ਬਗੈਰ ਐਮਰਜੈਂਸੀ ਵਰਗੇ ਹਾਲਾਤ ਬਣਾਏ ਹੋਏ ਹੋਏ। ਚੁਣੀਆਂ ਹੋਈਆਂ ਸਰਕਾਰਾਂ ਦੀ ਬੁੱਕਤੀ ਕੋਈ ਨਹੀਂ ਰਹਿਣ ਦਿੱਤੀ, ਹੂੰ, ਕਿਉਂਕਿ ਸਾਰਾ ਕੁਝ ਸੈਂਟਰਲਾਈਜ਼ ਹੋ ਗਿਆ। ਜੀ, ਇਹਨਾਂ ਹਾਲਤਾਂ ਦੇ ਵਿੱਚ ਇੱਕ ਵਾਰੀ ਦੁਬਾਰਾ ਫਿਰ ਸੋਚਣ ਦੀ ਲੋੜ ਹੈ ਕਿ ਜਿਹੜਾ ਫੈਡਰਲ ਭਾਰਤ ਹੈ, ਜੀ, ਫੈਡਰਲ ਭਾਰਤ ਲਈ ਜਦੋਜਹਿਦ ਕੀਤੀ ਜਾਵੇ ਕਿ ਅਮਲ ਰੂਪ ਦੇ ਵਿੱਚ ਜਿਹੜਾ ਹੈਗਾ ਫੈਡਰਲ ਭਾਰਤ ਜਿਹੜਾ ਹੋਂਦ ਵਿੱਚ ਆਵੇ। ਜੀ, ਪਰ ਮਜ਼ਦੂਰਾਂ ਦੀ ਹਾਲਤ ਕੀ ਹੈ? ਜੀ, ਗੁਰਪ੍ਰੀਤ ਬਠਿੰਡਾ ਸਾਡੇ ਬਹੁਤ ਸ਼ਾਨਦਾਰ ਚਿੱਤਰਕਾਰ ਹੈ, ਬਿਲਕੁਲ। ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਸਵੀਰ ਆਪਾਂ ਦੇਖਦੇ ਹਾਂ। ਇੱਕ ਤਸਵੀਰ ਤਾਂ ਉਦੋਂ ਸੀ ਜਦੋਂ ਬਾਬਾ ਬੋੜ ਹੂੰ, ਖੜਾ ਹੈ, ਜੜ੍ਹਾਂ ਨਿਕਲੀਆਂ ਹੋਈਆਂ ਤੇ ਲੋਕ ਫਾਹੇ ਲੈ ਰਹੇ ਹੈ, ਜੀ। ਸਾਹਮਣੇ ਇੱਕ ਲਾਸ਼ ਲਟਕੀ ਪਈ ਹੈ। ਤੇ ਦੂਜੀ ਤਸਵੀਰ ਉਹਨਾਂ ਦੀ ਹੁਣ ਦੇਖੀ, ਜਿਹੜੀ ਤਸਵੀਰ ਦੇ ਨਾਲ ਪੈਰ ਜਿਹੜੇ ਹੈਗੇ ਹੈ ਉਹਨਾਂ ਦੇ ਵਿੱਚ ਖੂਨ, ਮਤਲਬ ਪੈਰਾਂ ਦੀਆਂ ਫਾੜੀਆਂ ਹੋਈਆਂ ਵੀਆਂ, ਜੀ, ਜਿਵੇਂ ਖਰਬੂਜੇ ਦੀਆਂ ਫਾੜੀਆਂ ਹੁੰਦੀਆਂ, ਪੈਰਾਂ ਦੀਆਂ ਫਾੜੀਆਂ ਹੋਈਆਂ, ਤਹਿ ਉਹਨਾਂ ਦੀਆਂ ਖੁੱਲੀਆਂ ਹੋਈਆਂ। ਜੀ, ਉਹਨੇ ਇਸ ਕਿਸਮ ਦੀ ਜਿਹੜੀ ਉਹ ਦਰਦਨਾਕ ਤਸਵੀਰ ਪੇਸ਼ ਕੀਤੀ ਹੈ, ਜਿਨ੍ਹਾਂ ਦੇ ਨਾਲ ਉਹਨੇ ਤਸਵੀਰ ਬਣਾਈ ਹੈ ਤੇ ਸਾਡਾ ਦੇਖਣ ਵਾਲਿਆਂ ਦਾ ਰੋਣ ਨਿਕਲਦਾ, ਤੇ ਜਿਨ੍ਹਾਂ ਦੇ ਨਾਲ ਹੋ ਵਾਪਰ ਰਹੀ ਹੈ ਉਹਨਾਂ ਦੀ ਕੀ ਸਥਿਤੀ ਹੋਊਗੀ, ਇਹਦੇ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ। ਲਓ, ਜਿਹੜੀ ਹੁਣ ਅਸੀਂ ਲੇਟੈਸਟ ਗੱਲ ਕਰ ਰਹੇ ਹਾਂ, ਕਿੱਥੋਂ ਦੀ ਹੈ ਜੀ? ਇਹ ਯੂਪੀ ਦੇ ਵਿੱਚ ਔਰਈਆ ਹੈ। ਹਾਂਜੀ, ਔਰਈਆ ਦੇ ਕੋਲੇ ਜਾ ਰਿਹਾ ਇੱਕ ਟਰੱਕ, ਜੀ, ਕਿਰਾਏ ਤੇ ਵਿਚਾਰੇ ਆਪਣਾ ਲੈ ਕੇ ਜਾ ਰਹੇ ਹੈ। 2-2, 3-3 ਹਜ਼ਾਰ ਰੁਪਏ ਉਹਨਾਂ ਨੇ ਲਿਆ, ਉਹਨਾਂ ਨੇ ਜਾਣਾ ਅਗਾਂਹ ਜਾ ਕੇ ਉਹ ਦੇਖਦੇ ਕੀ ਹੈ ਕਿ ਇੱਕ ਥਾਂ ਦੇ ਉੱਤੇ ਟਰੱਕ ਦਾ ਜਿਹੜਾ ਡਰਾਈਵਰ ਦੇਖਦਾ ਹੈ ਕਿ ਇੱਕ ਥਾਂ ਦੇ ਉੱਤੇ ਇੱਕ ਵੈਨ ਖੜੀ ਹੈ। ਉਹ ਸ਼ਾਇਦ ਕਿਸੇ ਕੰਪਨੀ ਦੀ ਸੀ, ਜੀ, ਅੱਗੇ ਢਾਬਾ। ਡਰਾਈਵਰ ਨੇ ਸੋਚਿਆ ਵੀ ਚਾਹ ਪਾਣੀ ਪੀਣ ਵਾਸਤੇ ਲੋਕ ਖੜੇ ਹੈ। ਉਹ ਕਿਤੇ ਮਾੜਾ ਮੋਟਾ ਪਾਸੇ ਆਸੇ ਝਾਕਿਆ ਤੇ ਟੱਕਰ ਹੋ ਗਈ। ਖੜੀ ਗੱਡੀ ਦੇ ਵਿੱਚ ਜਾ ਕੇ ਟਰੱਕ ਵੱਜਿਆ। ਜੀ, ਜਗ੍ਹਾ ਜਿਹੜੀ ਹੈਗੀ ਹੈ ਬੜੀ ਉੱਚੀ ਥਾਂ ਤੇ ਗੱਡੀ ਖੜੀ ਸੀ, ਦੋਨੋਂ ਗੱਡੀਆਂ ਨੀਚੇ ਡਿੱਗ ਪਈਆਂ ਨੀਵੀਂ ਥਾਂ 'ਚ। ਨਤੀਜਾ ਕੀ ਹੋਇਆ ਜੀ? ਇੱਕ ਨਹੀਂ, ਦੋ ਨਹੀਂ, ਪੂਰੇ 26 ਬੰਦੇ ਮਰੇ ਉੱਥੇ, ਬੋਰੀਆਂ ਥੱਲੇ ਆ ਗਏ। ਬਿਲਕੁਲ, ਕਿਉਂਕਿ ਬੋਰੀਆਂ ਦੇ ਉੱਪਰ ਬਿਠਾਏ ਹੋਏ ਸੀ। ਟਰੱਕ 'ਚ ਡਿੱਗ ਪਿਆ, ਟਰੱਕ ਡਿੱਗਿਆ ਤੇ ਟਰੱਕ ਦੇ ਨਾਲ ਹੀ ਸਾਰਾ ਲੋਡ ਥੱਲੇ ਆ ਗਿਆ, ਉਹਦੇ ਵਿੱਚ ਰੁੜ ਗਈ। 26 ਬੰਦੇ ਮਰੇ, 26 ਬੰਦੇ ਮਰ ਗਏ। ਹੋਟਲ ਉਹ ਬੰਦ ਸੀਗਾ, ਢਾਬਾ ਸੀ ਜਿਹੜਾ, ਜੀ, ਉਹਨਾਂ ਦੇ ਵੀ ਸੱਟਾਂ ਵੱਜੀਆਂ ਕੁਛ, ਪਰ ਬੰਦੇ ਮਰੋਏ ਇਧਰੋਂ ਸੀ ਮਜ਼ਦੂਰ। ਜੀ, ਲਓ ਜੀ, ਪੁਲਿਸ ਆ ਗਈ। ਪੁਲਿਸ ਨੇ ਆ ਕੇ ਡੈਡ ਬੋਡੀਜ਼ ਵਗੈਰਾ ਸੰਭਾਲੀਆਂ, ਉਹਨਾਂ ਨੂੰ ਭੇਜਤਾ। ਮੈਂ ਦੇਖ ਰਿਹਾ ਸੀ ਕੱਲ੍ਹ ਇੱਕ ਥਾਂ ਦੇ ਉੱਤੇ ਇੱਕ ਬਾਪ ਹੈ, ਜੀ,
ਉਹਨੂੰ ਕੋਈ ਪਤਾ ਨਹੀਂ ਕਿ ਮੇਰਾ ਪੁੱਤ ਮਰਿਆ ਕਿ ਮੇਰਾ ਪੁੱਤ ਜਿਉਂਦਾ ਹੈ। ਉਹ ਪੋਸਟਮਾਰਟਮ ਹਾਊਸ ਦੇ ਸਾਹਮਣੇ ਖੜਾ ਹੈ ਜੀ। ਇੱਕ ਪੱਤਰਕਾਰ ਨੂੰ ਪੁੱਛਦਾ ਵੀ ਤੁਸੀਂ ਕਿਵੇਂ ਖੜੇ ਹੋ? ਕਹਿੰਦਾ ਮੁੰਡਾ ਗਿਆ ਸੀ ਕਮਾਉਣ ਵਾਸਤੇ ਜੀ। ਟੈਲੀਫੋਨ ਨਹੀਂ ਚੱਲਦਾ ਹੁਣ ਦਾ। ਦੱਸੋ। ਮੈਂ ਟੈਲੀਫੋਨ ਮਾਰਦਾ, ਖਬਰ ਇਹ ਆਈ ਹੈ ਕਿ ਇੱਥੇ ਐਕਸੀਡੈਂਟ ਹੋਇਆ। ਅੱਛਾ, ਪਹੁੰਚ ਗਿਆ ਉੱਥੇ। ਹਾਂ, ਉਹਦੇ ਦਿਲ ਨੇ ਤਾਰਾਂ, ਪਿਓ ਦੀਆਂ ਉਹ ਤਾਰਾਂ ਖੜਕ- ਜਿਹੜੀ ਹਾਂ, ਅੰਦਰੋਂ ਹਾਂ। ਖੋਹ ਸੀ ਉਹ ਲੈ ਗਈ। ਕਹਿੰਦਾ ਸੁਣਿਆ ਵੀ ਇੱਥੇ ਐਕਸੀਡੈਂਟ ਹੋਇਆ ਹੈ ਤੇ ਮਜ਼ਦੂਰਾਂ ਦਾ ਹੋਇਆ ਤੇ ਮੇਰਾ ਪੁੱਤ ਵੀ ਕਮਾਉਣ ਗਿਆ ਸੀ, ਜੀ। ਉਹਦਾ ਵਿਆਹ ਰੱਖਿਆ ਹੋਇਆ ਸੀ, ਹੂੰ। ਕਿਤੇ ਉਹ ਨਾ ਆਉਂਦਾ ਹੋਵੇ। ਮੈਂ ਦੇਖਾਂ ਆਇਆ, ਕੋਈ ਗੱਲ ਨਹੀਂ ਬਣਦੀ। ਜੀ। ਫਿਰ ਉਹ ਗਾਂ ਤੁਰਦਾ ਹੈ, ਤੁਰਨ ਤੋਂ ਬਾਅਦ ਫਿਰ ਕਿਸੇ ਨੂੰ ਮਿਲਦਾ ਹੈ, ਫਿਰ ਉਹਨੂੰ ਤਸਵੀਰਾਂ ਦਿਖਾਈਆਂ ਜਾਂਦੀਆਂ। ਜੀ। ਤਸਵੀਰ ਦੇ ਉੱਤੇ ਉਂਗਲ ਲਾ ਕੇ ਆਦਾ ਮੁੰਡਾ ਮੇਰਾ ਹੈ। ਆ ਮੇਰਾ ਹੈ। ਤੇ ਬਾਅਦ ਦੇ ਵਿੱਚ ਆ ਕੇ ਉਹਨੂੰ ਪੱਤਰਕਾਰ ਨੂੰ ਕਹਿੰਦਾ ਜੀ ਹਾਂ ਮੁੰਡਾ ਮੇਰਾ ਹੀ ਸੀ। ਉਹ ਪਿਆ 22-23 ਸਾਲ ਦਾ ਮੁੰਡਾ। ਦੱਸੋ। ਚਲੋ ਦੁਖਾਂਤ ਵਾਪਰ ਜਾਂਦੇ, ਐਕਸੀਡੈਂਟ ਹੁੰਦੇ ਆ, ਬੰਦੇ ਮਰ ਜਾਂਦੇ, ਸਾਰਾ ਕੁਝ ਹੈ, ਲੇਕਿਨ ਸ਼ਿਸ਼ਟਾਚਾਰ ਵੀ ਕੋਈ ਚੀਜ਼ ਹੁੰਦੀ ਹੈ ਤੇ ਸੰਵੇਦਨਸ਼ੀਲਤਾ ਵੀ ਕੋਈ ਚੀਜ਼ ਹੁੰਦੀ ਹੈ। ਮੇਰੇ ਯਾਦ ਹੈ ਦਾਨੀਵਾਲ ਸਾਹਿਬ ਬਹੁਤ ਪਹਿਲਾਂ ਤੇ ਸਾਹਿਬ ਕਿਸੇ ਦਾ ਦੁਸ਼ਮਣ ਦੀ ਵੀ ਅਰਥੀ ਜਾਂਦੀ ਹੋਵੇ, ਗਰੀਬ ਦੀ ਵੀ ਅਰਥੀ ਜਾਂਦੇ ਹੋਵੇ, ਆਮ ਬੰਦਾ ਹੱਥ ਜੋੜ ਕੇ ਉਸ ਵਿਅਕਤੀ ਜਾਂਦੇ ਨਮਸਕਾਰ ਕਰਦਾ। ਮੈਂ ਤੁਹਾਨੂੰ ਇਹੀ ਦੱਸਾਂ, ਗੱਲ ਬੜੀ ਕੰਮ ਦੀ ਗੱਲ ਹੈ ਜਿਹੜੀ ਹੁਣ ਮੈਂ ਕਰਨ ਲੱਗਾ ਤੁਹਾਡੇ ਨਾਲ। ਜਗਦੀਸ਼ ਕੁਮਾਰ ਜਾਂ ਜਗਦੀਸ਼ ਚੰਦਰ ਜੀ ਨਾਂ ਦਾ ਇੱਕ ਵਿਅਕਤੀ ਸੀ। ਉਹਦੀ ਮੈਂ ਇੱਕ ਲਿਖਤ ਪੜ੍ਹੀ ਸੀ 1994 ਚ। ਜੀ। 1 ਜੂਨ 1994 ਤੋਂ ਲੈ ਕੇ 10 ਜੂਨ 1994 ਤੱਕ ਦੀ 10 ਕਿਸ਼ਤਾਂ ਸੀ। ਅੱਛਾ ਜੀ। ਔਰ 10 ਕਿਸ਼ਤਾਂ ਪੰਜਾਬੀ ਟ੍ਰਿਬਿਊਨ 'ਚ ਛਪੀਆਂ ਸੀ ਲਗਾਤਾਰ। ਜੀ। ਉਹ ਸਮਾਂ ਕੁਛ ਇਹੋ ਜਿਹਾ ਸੀ, ਮੈਨੂੰ ਅੰਡਰਗਰਾਊਂਡ ਹੋਣਾ ਪੈ ਗਿਆ ਸੀ। ਮੈਂ ਚੰਡੀਗੜ੍ਹ ਸਾਂ ਤੇ ਚੰਡੀਗੜ੍ਹ ਸੈਂਟਰਲ ਲਾਇਬ੍ਰੇਰੀ 'ਚ ਮੈਂ ਡੇਲੀ ਜਾ ਕੇ ਪੜ੍ਹਨ ਦੀ ਆਦਤ ਸੀ ਸ਼ੁਰੂ ਤੋਂ। ਜੀ। ਉੱਥੇ ਪੜ੍ਹਦਾ ਤਾਂ ਉਹ ਮੇਰੇ ਇੱਕ ਦਿਨ ਆ ਗਿਆ, ਉਹ ਹੱਥ ਲੱਗਿਆ ਪਹਿਲੇ ਦਿਨ ਹੀ। ਜੀ। ਤੇ ਮੈਂ ਫਿਰ ਲਗਾਤਾਰ ਉਹਨਾਂ ਨੂੰ ਪੜ੍ਹਿਆ। ਉਹਦੇ ਵਿੱਚ ਉਹ ਦੱਸਦਾ ਕਿ ਮੈਂ ਦੂਰਦਰਸ਼ਨ ਦਾ ਸ਼ਾਇਦ ਉਹ ਨਿਊਜ਼ ਐਡੀਟਰ ਸੀ। ਜੀ। ਤੇ ਅਚਨਚੇਤ ਦੂਰਦਰਸ਼ਨ ਕੇਂਦਰ ਦੇ ਕੋਲੇ ਗੱਡੀਆਂ ਆਉਂਦੀਆਂ ਆਰਮੀ ਦੀਆਂ, ਅੰਦਰ ਕੁਝ ਅਫਸਰ ਆਉਂਦੇ ਹੈ। ਜੀ। ਉਹ ਆ ਕੇ ਵੱਡੇ ਅਫਸਰਾਂ ਨਾਲ ਗੱਲ ਕਰਦੇ ਆ ਤੇ ਮੈਨੂੰ ਹੁਕਮ ਹੋ ਜਾਂਦਾ ਹੈ ਕਿ ਕੈਮਰਾ ਵਗੈਰਾ ਚੱਕੋ ਆਪਣਾ ਤੇ ਤੁਸੀਂ ਜਾਓ ਇਹਨਾਂ ਦੇ ਨਾਲ। ਬਖਤਰਬੰਦ ਗੱਡੀਆਂ ਦੇ ਵਿੱਚ ਬੈਠਾ ਕਹਿੰਦਾ ਮੈਂ ਵੀ ਜਾ ਰਿਹਾ। ਜਲੰਧਰ ਤੋਂ ਚੱਲ ਪਿਆ, ਘਰਦਿਆਂ ਨੂੰ ਕੋਈ ਪਤਾ ਨਹੀਂ, ਡਿਊਟੀ ਤੇ ਚੱਲੇ ਕਿੱਥੇ ਜੀ। ਅਸੀਂ ਸਿੱਧੇ ਅੰਮ੍ਰਿਤਸਰ ਪਹੁੰਚਦੇ ਹਾਂ। ਸਰਕਟ ਹਾਊਸ ਠਹਿਰਾ ਦਿੱਤਾ ਜਾਂਦਾ। ਗੱਲ ਬਹੁਤ ਲੰਬੀ ਹੈ, 10 ਕਿਸ਼ਤਾਂ ਦੇ ਵਿੱਚ ਜੇ ਆਪਾਂ ਸਾਰੀ ਕਰੀਏ ਤਾਂ ਇੱਥੇ ਬੜਾ ਕੁਝ ਲੰਬਾ ਹੋ ਸਕਦਾ ਹੈ। ਪਰ ਉਹ ਕਹਿੰਦੇ ਵੀ ਜਦੋਂ ਆਖਰੀ ਸਮੇਂ ਦੇ ਉੱਤੇ, ਕਿਉਂਕਿ ਮੇਰੀ ਡਿਊਟੀ ਇਹ ਸੀ ਕਿ ਫੋਟੋਗ੍ਰਾਫੀ ਕਰਨੀ ਹੈ, ਵੀਡੀਓਗ੍ਰਾਫੀ ਕਰਨੀ ਹੈ। ਜਦੋਂ ਵੀਡੀਓਗ੍ਰਾਫੀ ਵਾਸਤੇ ਅਸੀਂ ਗਏ, ਮੇਰੇ ਨਾਲ ਇੱਕ ਕਰਨਲ ਸੀ ਜਿਹੜਾ ਅਸਿਸਟ ਕਰਦਾ ਸੀ, ਅਫੀਸਰ ਹੋਰ ਸੀ। ਅਸੀਂ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਜਾਂਦੇ ਹਾਂ ਤੇ ਅਗਾਂਹ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਡੈੱਡ ਬੋਡੀ ਪਈ ਹੈ। ਜੀ। ਉੱਥੇ ਕੱਪੜਾ ਪਾਇਆ ਹੋਇਆ। ਉਹ ਕਹਿੰਦਾ ਵੀ ਮੇਰੀ 2 ਵਾਰੀ ਉਹਨਾਂ ਨਾਲ ਪਹਿਲਾਂ ਮੁਲਾਕਾਤ ਹੋਈ ਸੀ, ਮੈਂ ਇੰਟਰਵਿਊ ਕੀਤੀ ਸੀ ਉਹਨਾਂ ਦੀ ਦੂਰਦਰਸ਼ਨ ਵਾਸਤੇ। ਉਦੋਂ ਤੁਹਾਨੂੰ ਪਤਾ ਹੋਰ ਕੋਈ ਚੈਨਲ ਨਹੀਂ ਸੀ ਹੁੰਦਾ। ਜੀ। ਕਹਿੰਦਾ ਵੀ ਮੈਂ ਦੇਖਿਆ, ਸ਼ੂਟ ਕੀਤਾ, ਮੈਂ ਪੈਰਾਂ ਵਾਲੇ ਪਾਸੇ ਹੋ ਕੇ ਤੇ ਨਮਸਕਾਰ ਕੀਤੀ। ਜੀ। ਕਹਿੰਦਾ ਮੈਨੂੰ ਮਿਲਟਰੀ ਅਫੀਸਰ ਨੇ ਬੜੀ ਕਰੂਅਲਟੀ ਨਾਲ ਕਿਹਾ ਵੀ ਇਹ ਕੀ, ਤੂੰ ਇਸ ਬੰਦੇ ਨੂੰ ਨਮਸਕਾਰ ਕਿਉਂ ਕੀਤੇ? ਕਹਿੰਦਾ ਮੈਂ ਇਹਨੂੰ ਕਿਹਾ ਕਿ ਮੈਂ ਜਿਸ ਸ਼ਿਸ਼ਟਾਚਾਰ ਦੇ ਵਿੱਚ ਜੰਮਿਆ ਵਾ, ਜਿਸ ਸਮਾਜ ਦੇ ਵਿੱਚ ਮੈਂ ਜੰਮਿਆ ਵਾ, ਉਸ ਸਮਾਜ ਦਾ ਅਰਥ ਇਹ ਹੈ ਕਿ ਜਦੋਂ ਕੋਈ ਬੰਦਾ ਇਸ ਦੁਨੀਆ ਤੇ ਨਾ ਰਵੇ ਜੀ, ਉਹਦੀ ਵਿਦਾਇਗੀ ਵੇਲੇ ਅਸੀਂ ਸਾਰੇ ਉਹਨੂੰ ਉਹਦੀ ਜਿਹੜੀ ਹੈਗੀ ਹੈ ਜੋ ਉਹਦਾ ਮਾੜਾ ਪੱਖ ਉਹਨੂੰ ਅਸੀਂ ਛੱਡ ਦਿੰਦੇ। ਅਸੀਂ ਉਹਨੂੰ ਮਤਲਬ ਜਿਹੜਾ ਹੈਗਾ ਨਮਸਕਾਰ ਕਰਦੇ ਹਾਂ, ਉਹਨੂੰ ਅਲਵਿਦਾ ਕਹਿੰਦੇ। ਮੈਂ ਇਸ ਬੰਦੇ ਨੂੰ 2 ਵਾਰੀ ਮਿਲਿਆ, 2 ਵਾਰੀ ਇੰਟਰਵਿਊ ਕੀਤੀ ਔਰ ਇੰਟਰਵਿਊ ਦੇ ਵਿੱਚ ਮੇਰੇ ਨਾਲ ਇਹਦਾ ਜਿਹੜਾ ਨਜ਼ਰੀਆ ਆਪਣਾ ਵਿਵਹਾਰ ਹੈ ਉਹ ਬੜਾ ਪੋਜ਼ਿਟਿਵ ਰਿਹਾ। ਇਸ ਵਾਸਤੇ ਮੈਂ ਨਮਸਕਾਰ ਕਰਦਾ। ਚਲੋ ਕਹਿੰਦੇ ਗੱਲ ਹੋਈ ਜੀ, ਹੋਇਆ। ਚਲੋ ਉਹ ਤੋਂ ਬਾਅਦ ਹੁਣ ਆਪਾਂ ਇਹ ਦੇਖੀਏ ਇੱਥੇ ਕੀ ਹੋਇਆ ਕਿ ਬੰਦੇ ਮਰ ਗਏ। ਮਰ ਜਾਂਦੇ, ਕੋਈ ਖਾਸ ਗੱਲ ਨਹੀਂ, ਵੈਸੇ ਅਫਸੋਸ ਆ। ਪਰ ਕੱਲ ਕਿਉਂਕਿ ਐਡੇ ਵੱਡੇ ਦੇਸ਼ ਦੇ ਵਿੱਚ ਕੁਛ ਮੌਤਾਂ ਹੋ ਜਾਂਦੀਆਂ, ਐਕਸੀਡੈਂਟ ਹੁੰਦੇ, ਅੱਗਾਂ ਲੱਗ ਜਾਂਦੀਆਂ, ਬੜਾ ਕੁਛ। ਜੀ। ਪਰ ਜਿਹੜੀ ਸ਼ਲੀਨਤਾ, ਸ਼ਿਸ਼ਟਾਚਾਰ, ਸੰਵੇਦਨਸ਼ੀਲਤਾ, ਇਹ ਚੀਜ਼ ਤਾਂ ਦਿਖਾਉਣੀ ਚਾਹੀਦੀ ਹੈ। ਹੁਣ ਇੱਥੇ ਹੋਇਆ ਕੀ ਕਿ ਇੱਕ ਟਰੱਕ ਦੇ ਵਿੱਚ ਜੀ ਜਿਹੜੇ 26 ਬੰਦੇ ਮਰ ਗਏ, ਉਹ ਤਾਂ ਮਰ ਗਏ। ਬਹੁਤ ਸਾਰੇ ਲੋਕ ਹੋਰ ਸੀ ਜਿਹੜੇ ਜ਼ਖਮੀ ਹੋ ਗਏ ਸੀ ਜੀ। ਉਹਨਾਂ ਦਾ ਟ੍ਰੀਟਮੈਂਟ ਵੀ ਹੁੰਦਾ ਸੀ। ਜਿਨ੍ਹਾਂ ਦਾ ਟ੍ਰੀਟਮੈਂਟ ਹੁੰਦਾ ਸੀ ਉਹਨਾਂ ਨੂੰ ਵੀ ਮਗਰੋਂ ਲਾਇਆ ਵੀ ਇੱਥੇ ਇਹਨਾਂ ਨੂੰ ਰੱਖ ਕੇ ਕੀ ਕਰੀਏ, ਤਾਂ ਮਰ ਗਏ ਜਿਹੜੇ ਮਰ ਗਏ, ਇਹਨਾਂ ਦੇ ਨਾਲ ਹੀ ਤੋੜ ਦਿਓ। ਅੱਛਾ। ਜਿਸ ਟਰੱਕ ਦੇ ਵਿੱਚ ਡੈੱਡ ਬੋਡੀਜ਼ ਰੱਖੀਆਂ, ਉਹਦੇ ਵਿੱਚ ਜ਼ਖਮੀ ਬਹਾਤੇ। ਜਦੋਂ ਸਭ ਉਹ ਤਾਂ ਫੇਰ ਵੀ ਟਰੱਕ ਸੀ। ਨਹੀਂ, ਤੁਸੀਂ ਅੱਗੇ ਦੇਖੋ ਨਾ, ਜਿਹੜੀ ਮੈਂ ਗੱਲ ਕਰ, ਮੇਰਾ ਪੁਆਇੰਟ ਦੇਖੋ, ਜਿਹੜਾ ਉਹਨੂੰ ਬਹਾਤਾ। ਹੁਣ ਜਿਹੜੇ ਬੰਦੇ ਮਰ ਚੁੱਕੇ ਹੈ, ਉਹਨਾਂ ਨੂੰ ਮਰਿਆ ਨੂੰ ਕਿੰਨੇ ਦਿਨ ਹੋ ਗਏ? ਜੀ।
ਜਿੰਨਾ ਮਰਜ਼ੀ ਹੈ ਤੁਸੀਂ ਕਹਿ ਲਓ ਕਿ ਜਦੋਂ ਸਾਡੀ ਅਪਰੋਚ ਇਹ ਹੈ, ਉਹਨਾਂ ਨੂੰ ਕਿੰਨਾ ਕੁ ਬਰਫ਼ ਦੇ ਉੱਤੇ ਰੱਖਿਆ ਹੋਊਗਾ। ਨਾ ਜੇ ਐਂ ਹਾਲਾਤ ਆ ਕਿਹੜੀ ਬਰਫ਼ ਕਿਹੜੇ ਬਰਫ਼ ਰੱਖੇ ਹੋਣਗੇ, ਕੀ ਹੈ ਉਹ ਡੈਡ ਬੋਡੀ ਜਿਹੜੀ ਹੈਗੀ ਨਾਲੇ ਕਿਹੜੀ ਬਰਫ਼ ਵਾਲੀਆਂ ਫੈਕਟਰੀਆਂ ਚੱਲਦੀਆਂ ਹੋਣ। ਹਾਂ ਨਹੀਂ ਵੈਸੇ ਆਪਾਂ ਜਦੋਂ ਦੇਖਦੇ ਹਾਂ ਆਮ ਤੌਰ ਤੇ 24 ਘੰਟਿਆਂ ਕਿ 12 ਘੰਟਿਆਂ ਦੇ ਬਾਅਦ ਡੈਡ ਬੋਡੀ ਹੈ ਜਿਹੜੀ ਉਹ ਗਲਣੀ ਸ਼ੁਰੂ ਹੋ ਜਾਂਦੀ ਹੈ। ਉਹਦੇ ਵਿੱਚੋਂ ਬੜੀ ਭੈੜੀ ਬਦਬੂ ਆਉਂਦੀ ਹੈ ਜਿਹਦੇ ਨਾਲ ਬੰਦੇ ਮਰ ਜਾਂਦੇ। ਹੁਣ ਉਹ ਬੰਦੇ ਪੇਸ਼ੈਂਟ ਹੈ, ਜ਼ਖਮੀ ਹੈ, ਬਾਡੀ ਨੂੰ ਪਤਾ ਨਹੀਂ ਕਿੰਨੇ ਕਿਸਮ ਦੇ ਜਰਾਸੀਮ ਚੁਬੜੇ ਹੋਣਗੇ, ਉਹਦੇ ਵਿੱਚ ਕਿਸ ਕਿਸਮ ਦੇ ਜਰਾਸੀਮ ਪੈਦਾ ਹੋ ਗਏ ਹੋਣਗੇ। ਜ਼ਖਮੀਆਂ ਨੂੰ ਉਹਨਾਂ ਦੇ ਨਾਲ ਬਹਾਉਣੇ, ਉਹ ਮਤਲਬ ਤੁਹਾਡਾ ਕਹਿਣ ਤੋਂ ਤੁਹਾਡਾ ਐਕਸ਼ਨ ਇਹ ਇਹੋ ਜਿਹਾ ਕਿ ਜੇ ਕੁਝ ਬੰਦੇ ਬਚਦੇ ਵੀ ਹੈ ਉਹ ਵੀ ਮਰ ਜਾਣ। ਦੱਸੋ ਇਹਦਾ ਮਤਲਬ ਜ਼ਖਮੀਆਂ ਨੂੰ ਵੀ ਮਾਰਨ ਵਾਲੇ ਪਾਸੇ ਹੈ ਨਹੀਂ। ਇਹ ਕਿਸੇ ਪੱਤਰਕਾਰ ਨੇ ਨੋਟਿਸ ਲੈ ਲਿਆ, ਉਹਨੇ ਵੀਡੀਓਗ੍ਰਾਫੀ ਕਰ ਲਈ, ਸੋਸ਼ਲ ਮੀਡੀਆ ਤੇ ਆ ਗਈ, ਉਹ ਜਿਹੜੀ ਹੈ ਵਾਇਰਲ ਹੋ ਗਈ, ਕਿਸੇ ਟੀਵੀ ਚੈਨਲ ਤੇ ਵੀ ਚੱਲ ਗਈ ਜੀ। ਔਰ ਹਿਮੰਤ ਸੋਰੇਨ ਜਿਹੜੇ ਝਾਰਖੰਡ ਦੇ ਮੁੱਖ ਮੰਤਰੀ ਹੈ, ਉਹਨਾਂ ਨੇ ਬੜਾ ਸਖਤ ਇਤਰਾਜ਼ ਕੀਤਾ ਇਹਦੇ ਤੇ। ਉਹਨਾਂ ਨੇ ਕਿਹਾ ਵੀ ਐਦੋਂ ਵੱਧ ਸੰਵੇਦਨਹੀਨਤਾ ਕੋਈ ਹੋ ਹੀ ਨਹੀਂ ਸਕਦੀ, ਔਰ ਇਹ ਤੋਂ ਵੱਧ ਘਟੀਆਪਣ ਕੋਈ ਹੋ ਹੀ ਨਹੀਂ ਸਕਦਾ। ਤੁਸੀਂ ਮਿੱਟੀ ਵੀ ਰੋਲੀ ਜਾਂਦੇ ਹੋ ਸਾਡੀ, ਇਹਨਾਂ ਬੰਦਿਆਂ ਦੇ ਨਾਲ ਇੰਨਾ ਭੈੜਾ ਵਰਤਾਓ ਕਰਦੇ, ਤੁਸੀਂ ਡੈੱਡ ਬੋਡੀਜ਼ ਦੇ ਨਾਲ ਮਜ਼ਦੂਰਾਂ ਨੂੰ ਬਹਾ ਰਹੇ ਹੋ। ਔਰ ਉਹਨੇ ਨਾਲ ਦੀ ਨਾਲ ਹੀ ਉੱਥੇ ਹੁਕਮ ਕੀਤਾ, ਜਦੋਂ ਪਤਾ ਲੱਗਾ ਵੀ ਆ ਰਹੀਆਂ ਡੈੱਡ ਬੋਡੀਜ਼ ਬਾਰਡਰ ਦੇ ਉੱਤੇ, ਸਾਰੇ ਮਰੀਜ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਕਿ ਇਹਨਾਂ ਨੂੰ ਸਿੱਧਾ ਹਸਪਤਾਲ ਜਾ ਕੇ ਪਹਿਲਾਂ ਇਹਨਾਂ ਦਾ ਇਲਾਜ ਕਰੋ। ਚਲੋ ਉਹ ਤਾਂ ਉਹਨਾਂ ਦੀ ਸਰਕਾਰ, ਉਹਨਾਂ ਦੀ ਬਣਦੀ ਹੈ, ਉਹਨਾਂ ਦੀ ਡਿਊਟੀ ਬਣਦੀ ਹੈ। ਪਰ ਜਿਹੜੀ ਯੂਪੀ ਦੀ ਸਰਕਾਰ ਨੇ, ਯੂਪੀ ਦੀ ਪੁਲਿਸ ਨੇ ਕਾਰਵਾਈ ਕੀਤੀ, ਮੇਰਾ ਖਿਆਲ ਹੈ ਵੀ ਇਦੋਂ ਵੱਧ ਅਣਮਨੁੱਖਤਾ ਹੋ ਨਹੀਂ ਸਕਦੀ। ਇਹ ਤਾਂ ਢਿੱਲੋਂ ਸਾਹਿਬ ਗੱਲ ਸਾਹਮਣੇ ਆ ਗਈ। ਜਿਹੜੀਆਂ ਹੋਰ ਆਈਆਂ ਮਹਿੰਦਰਾ ਪਿਕਅਪ ਜੀਪ ਕਿੱਡੀ ਕੁ ਹੁੰਦੀ ਹੈ ਜੀ? ਸੁਧਾਰਨ ਮੇਰੇ ਖਿਆਲ ਦਾ 8-10 ਬੰਦੇ ਬੈਠ ਸਕਦੇ। ਮੈਂ ਜੇ ਸਹੀ ਗਿਣੀਏ ਤਾਂ 6 ਫੁੱਟ ਆਏ ਤੇ 10 ਫੁੱਟ ਆਏ, ਵੀ 6 ਫੁੱਟ ਵੱਧ ਤੋਂ ਵੱਧ ਚੌੜੀ ਜੇ ਆਪਾਂ ਕਹਿ ਦਈਏ ਤੇ 10 ਫੁੱਟ ਲੰਮੀ। ਢਿੱਲੋਂ ਸਾਹਿਬ ਉਹਦੇ ਵਿੱਚ ਲਾਸ਼ਾਂ ਸਿੱਟ ਕੇ ਜਿਵੇਂ ਲੱਕੜਾਂ ਤੇ ਸਿਰੇ ਤੇ ਬਰਫ਼ ਪਾਤੀ, ਵੀ ਕਹਿਣ ਤੋਂ ਭਾਵ ਕਿ ਲੱਕੜਾਂ ਵਾਂਗੂ ਲਾਸ਼ਾਂ ਜਿਹੜੀਆਂ ਉਹ ਲੱਦ ਕੇ ਜਿਹੜੀਆਂ ਹੋਰ ਥਾਵਾਂ ਤੇ ਭੇਜੀਆਂ, ਇੱਕ 10-10 ਲਾਸ਼ਾਂ, ਦੱਸੋ 8-8 ਲਾਸ਼ਾਂ ਦਿਖਾਤਾ ਵੀ ਬਰਫ਼ ਪਾਈ ਵੀ ਹੈ, ਦਿਖਾਤਾ ਨਹੀਂ। ਨਾਲੇ ਐਂ ਚਿੰਤੀਆਂ ਢਿੱਲੋਂ ਸਾਹਿਬ, ਤੁਸੀਂ ਘੱਟੋ ਘੱਟ ਲਾਸ਼ ਦਾ ਸਨਮਾਨ ਕਰ ਦਿਓ, ਤੁਸੀਂ ਕੋਈ ਵਿੱਚ ਫੱਟੇ ਪਾ ਕੇ, ਜੇ ਤੁਹਾਡੇ ਕੋਲ ਹੈ ਨਹੀਂ ਤਾਂ ਚਾਰ ਤੋਂ ਵੱਧ ਤਾਂ ਤੁਸੀਂ ਫੇਰ ਵੀ ਨਾ ਭੇਜੋ। ਜੇ ਐਂਬੂਲੈਂਸ ਦੇ ਵਿੱਚ ਆਪਾਂ 2 ਕਹਿ ਦਿੰਦੇ, 2 ਉੱਤੇ ਲੱਗ ਗਈਆਂ, ਤੁਸੀਂ 4 ਪਾ ਦਿਓ, ਉਹ ਕਹਿਣ ਨੂੰ ਅਸੀਂ ਨਾਲ ਭੇਜੇ। ਚਲੋ ਪਰ ਉਧਰ ਕਹਿੰਦੇ ਗੁਜਰਾਤ ਦੇ ਵਿੱਚ ਪ੍ਰਵਾਸੀਆਂ ਦਾ ਗੁੱਸਾ ਬੁਰੀ ਤਰ੍ਹਾਂ ਨਾਲ ਫੁੱਟਿਆ ਹੋਇਆ ਜੀ। ਹਾਂ ਬਿਲਕੁਲ, ਗੁਜਰਾਤ ਦੀ ਸਥਿਤੀ ਬੜੀ ਨਾਜ਼ੁਕ ਹੈ। ਸਭ ਤੋਂ ਮਾੜੀ ਹਾਲਤ ਜੇ ਦੇਖੀ ਆਪਾਂ ਕਰੋਨਾ ਦੀ ਬਿਮਾਰੀ ਨਾਲ ਜੀ, ਉਹ ਹੈ ਮਹਾਰਾਸ਼ਟਰ ਦੀ। ਸਭ ਤੋਂ ਵੱਧ ਕੇਸ ਉੱਥੇ ਹੈ ਜੀ। ਨੰਬਰ 2 ਤੇ ਆਉਂਦਾ ਗੁਜਰਾਤ। ਗੁਜਰਾਤ ਤੇ ਮਹਾਰਾਸ਼ਟਰ ਜੇ ਉਂਝ ਵੀ ਦੇਖੀ ਆਪਾਂ ਸਾਡੇ ਦੇਸ਼ ਦੇ, ਤਾਂ ਮਹਾਰਾਸ਼ਟਰ ਨੂੰ ਜਾਂ ਮਤਲਬ ਜਿਹੜੀ ਮਹਾਰਾਸ਼ਟਰ ਦਾ ਸ਼ਹਿਰ ਆ ਬੰਬੇ, ਹਾਂਜੀ, ਉਹਨੂੰ ਤਾਂ ਅਸੀਂ ਆਰਥਿਕ ਰਾਜਧਾਨੀ ਕਹਿੰਦੇ ਹਾਂ। ਬਿਲਕੁਲ ਜੀ। ਔਰ ਮੇਰੇ ਖਿਆਲ ਮੁਤਾਬਕ ਆਰਥਿਕਤਾ ਦੇ ਲਿਹਾਜ਼ ਨਾਲ ਭਾਰਤ ਦੇ ਸਾਰੇ ਸੂਬਿਆਂ ਨਾਲੋਂ ਚੰਗੀ ਹਾਲਤ ਹੈ ਮਹਾਰਾਸ਼ਟਰ ਦੀ। ਹਾਂਜੀ। ਤੇ ਗੁਜਰਾਤ ਦੀ ਹਾਲਤ ਵੀ ਅਸੀਂ ਮਾੜੀ ਨਹੀਂ ਕਹਿ ਸਕਦੇ, ਸਗੋਂ ਚੰਗੀ ਕਵਾਂਗੇ। ਕਿਉਂ? ਕਿਉਂਕਿ ਪਿਛਲੇ 20 ਸਾਲਾਂ ਤੋਂ ਇੱਥੇ ਉਸ ਗੁਜਰਾਤ ਮਾਡਲ ਦੀ ਹਕੂਮਤ ਹੈ ਜਿਹਨੂੰ ਲੈ ਕੇ 2014 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਦੇਸ਼ ਦੀ ਤਰੱਕੀ ਗੁਜਰਾਤ ਮਾਡਲ ਤੇ ਹੋਊਗੀ ਜੀ। ਉਹ ਕਾਫੀ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਨਾਰਾ ਸੀ, ਉਹਨੇ ਕੰਮ ਕੀਤਾ ਤੇ ਪ੍ਰਧਾਨ ਮੰਤਰੀ ਸਾਹਿਬ ਬਣੇ ਜੀ। 15 ਸਾਲ ਮੇਰੇ ਖਿਆਲ ਟੋਟਲ 20 ਸਾਲਾਂ ਦੀ ਇੱਥੇ ਹਕੂਮਤ ਬਣਦੀ ਹੈ ਤੇ 2014 ਚ ਪ੍ਰਧਾਨ ਮੰਤਰੀ ਬਣ ਤੱਕ ਉੱਥੋਂ ਦੇ ਮੁੱਖ ਮੰਤਰੀ ਤਾਂ ਨਰਿੰਦਰ ਮੋਦੀ ਜੀ ਰਹੇ। ਬਾਅਦ ਦੇ ਵਿੱਚ ਫਿਰ ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਬਣਦੇ ਆ ਉਹ ਵੀ ਗੁਜਰਾਤ ਤੋਂ ਹੀ ਆਉਂਦੇ ਨੇ। ਹੋਰ ਜਿਹੜੇ ਵੱਡੇ ਅਸੀਂ ਬਿਊਰੋਕਰੇਟ ਕਹਿ ਦਈਏ ਅੱਜ ਕੱਲ੍ਹ ਤਾਂ ਮੇਰਾ ਖਿਆਲ ਵੀ IAS ਤੇ IPS ਲੌਬੀ ਹੈ ਜਿਹੜੀ ਦਿੱਲੀ ਵਾਲੀ, ਉਹਦੇ ਵਿੱਚ ਵੀ ਜ਼ਿਆਦਾ ਗਿਣਤੀ ਗੁਜਰਾਤੀਆਂ ਦੀ ਹੈ। ਹਰੇਕ ਚੀਜ਼ ਵੱਧ ਗਈ। ਹਾਂ ਵੈਸੇ ਵੀ ਜੇ ਅਸੀਂ ਦੇਖੀਏ ਤਾਂ ਜਿਹੜਾ ਸਭ ਤੋਂ ਅੱਛਾ ਵਪਾਰ ਹੈ ਪੈਸੇ ਧੇਲੇ ਵਾਲਾ, ਉਹ ਹੀਰਿਆਂ ਜਵਾਹਰਾਤਾਂ ਦਾ ਹੀ ਹੈ। ਤੇ ਜੇ ਅਸੀਂ ਇਹ ਦੇਖੀਏ ਤਾਂ ਵੀ ਗਿਣ ਲਈਏ ਸਭ ਤੋਂ ਵੱਡੇ ਭਗੌੜੇ ਵੀ ਜਿਹੜੇ ਹੈਗੇ ਹੈ ਉਹ ਮੋਦੀ ਜਿਹੜੇ ਹੈ, ਨੀਰਵ ਮੋਦੀ, ਮੇਹੁਲ ਚੌਕਸੀ, ਇਹ ਸਾਰੇ ਇਹ ਵੀ ਗੁਜਰਾਤੀ ਹੈ। ਇੱਥੋਂ ਪਤਾ ਲੱਗਦਾ ਕਿ ਉੱਥੇ ਮਤਲਬ ਤ੍ਰਿਉਪਤ ਹੈਗੀ ਹੈ, ਧੰਦਿਆਈ ਹੈਗੀ ਹੈ ਭਾਂਡਿਆਂ 'ਚ, ਤਾਂ ਹੀ ਫਿਰ ਅਗਲਾ ਭਾਂਡੇ ਚੱਕ ਕੇ ਭਜਦਾ ਨਾ। ਸੋ ਬੜੀ ਅਮੀਰ ਸਟੇਟ ਹੈ ਤੇ ਉਸ ਸਟੇਟ ਦੇ ਵਿੱਚ ਜਿੱਥੇ ਇੰਨਾ ਕੰਮ ਵਧੀਆ ਹੁੰਦਾ ਹੈ, ਉੱਥੇ ਦੇ ਮਜ਼ਦੂਰਾਂ ਦੀ ਹਾਲਤ ਤਾਂ ਚੰਗੀ ਹੋਣੀ ਚਾਹੀਦੀ ਸੀ। ਜੀ ਬਿਲਕੁਲ ਹੋਣੀ ਚਾਹੀਦੀ। ਲੇਕਿਨ ਡੇ 1 ਤੋਂ ਹੀ ਉੱਥੇ ਜਦੋਜਹਿਦ ਹੋ ਰਹੀ ਹੈ ਕਿ ਅਸੀਂ ਆਪਣੇ ਰਾਜਾਂ ਨੂੰ ਜਾਣ ਦਿੱਤਾ ਨਹੀਂ ਜਾ ਰਿਹਾ ਜੀ।
ਵਾਰੀ ਉਹਨਾਂ ਨੂੰ ਬਹਾਨੇਬਾਜ਼ੀ ਕੀਤੀ ਜਾਂਦੀ ਹੈ ਕਿ ਜੀ ਬੱਸ ਜਾਊਗੀ ਜੀ, ਟ੍ਰੇਨ ਦਾ ਪ੍ਰਬੰਧ ਕਰਾਂਗੇ, ਲੋਕ ਇਕੱਠੇ ਹੋ ਜਾਂਦੇ ਆ, ਲੇਕਿਨ ਨਹੀਂ ਹੁੰਦਾ। ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, 5 ਵਾਰੀ ਜੀ ਉੱਥੇ ਜਿਹੜੇ ਹੰਗਾਮੇ ਹੋ ਚੁੱਕੇ ਹੁਣ ਤੱਕ। ਦੱਸੋ। ਮੇਰਾ ਖਿਆਲ ਹੈ ਵੀ ਹੋਰ ਕਿਸੇ ਵੀ ਸਟੇਟ ਦੇ ਵਿੱਚ ਮਜ਼ਦੂਰਾਂ ਨੇ ਆਪਣੀ ਹੋਣੀ ਨਾਲ ਫੈਸਲਾ ਕਰ ਲਿਆ, ਉਹਨਾਂ ਨੇ ਪੈਦਲ ਜਾਣਾ ਸ਼ੁਰੂ ਕਰਤਾ। ਜੀ ਇਹ ਪੈਦਲ ਜਾਣਾ ਚਾਹੁੰਦੇ, ਇਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ, ਰੋਕਿਆ ਜਾਂਦਾ, ਕਿਉਂਕਿ ਉੱਥੇ ਇੰਡਸਟਰੀ ਬਿਲਕੁਲ ਖਤਮ ਹੋ ਜਾਣੀ। ਜੀ ਇੰਡਸਟਰੀ ਤਾਂ ਹੁਣ ਜਿਹੜੀ ਸਾਡੀ ਐਸੀ ਐਗਰੀਰੀਅਨ ਸਟੇਟ ਹੈ, ਖੇਤੀਬਾੜੀ ਦੀ ਸਟੇਟ ਹੈ, ਜੀ ਜੇ ਇੱਥੋਂ ਪ੍ਰਵਾਸੀ ਮਜ਼ਦੂਰ ਚਲੇ ਗਏ ਤਾਂ ਪ੍ਰੋਬਲਮ ਤਾਂ ਸਾਡੇ ਵਾਸਤੇ ਵੀ ਆ ਗਈ। ਜੀ ਝੋਨਾ ਵੀ ਲਾਉਣਾ, ਹੋਰ ਵੀ ਬਹੁਤ ਸਾਰੇ ਕੰਮ ਕਰਨੇ। ਚਲੋ ਬਠਿੰਡੇ ਦੇ ਵਿੱਚ ਉਸ ਕਿਸਮ ਦੀ ਇੰਡਸਟਰੀ ਨਹੀਂ, ਲੇਕਿਨ ਜੇ ਅਸੀਂ ਦੇਖੀਏ ਲੁਧਿਆਣਾ, ਜਲੰਧਰ ਵਗੈਰਾ ਤਾਂ ਇੰਡਸਟਰੀਅਲ ਹੈ। ਸਾਡੇ ਵੀ ਪ੍ਰੋਬਲਮ ਹੈ ਜੀ, ਪਰ ਫਿਰ ਵੀ ਮਨੁੱਖਤਾ ਵੀ ਕੋਈ ਚੀਜ਼ ਹੁੰਦੀ ਹੈ। ਚੱਲ ਜਿੰਨੇ ਜਿਹੋ ਜਿਹੀ ਵੀ ਟੁੱਟੀ ਭੱਜੀ ਸਾਡੀ ਸਰਕਾਰ ਹੈਗੀ, ਹਾਂਜੀ, ਜਾਂ ਜਿਹੋ ਜਿਹੀ ਵੀ ਇਹਨਾਂ ਦੀ ਆਰਥਿਕਤਾ ਹੈਗੀ, ਠੀਕਰੀਆਂ ਇਕੱਠੀਆਂ ਕਰਨ ਵਾਲੀ, ਜੀ ਉਹਦੇ ਬਾਵਜੂਦ ਵੀ ਇਹਨਾਂ ਨੇ ਇੰਨਾ ਕੁ ਤਾਂ ਕੀਤਾ ਨਾ, ਚਲੋ ਜੀ ਭੇਜੋ ਇਹਨਾਂ ਨੂੰ, ਕੋਈ ਟ੍ਰੇਨਾਂ ਟਰੂਨਾਂ ਭੇਜੋ, ਕਿਤੇ ਬੱਸਾਂ ਭੇਜ ਦਿਓ, ਕਿਤੇ ਕੁਛ ਕਰੋ, ਕੁਛ ਤਾਂ ਕੀਤਾ ਕਰਾਇਆ। ਉਹ ਜੇ ਪੈਦਲ ਵੀ ਜਾਂਦੇ ਜਾਂ ਆਪਦਾ ਪ੍ਰਬੰਧ ਕਰਦੇ, ਕਹਿੰਦੇ ਜਾਣ ਨਹੀਂ ਦਿੰਦੇ, ਉਹਨਾਂ ਨੂੰ ਰੋਕਦੇ। ਤੇ 5 ਵਾਰੀ ਉੱਥੇ ਹੰਗਾਮੇ ਹੋ ਚੁੱਕੇ, ਔਰ ਉੱਥੇ ਪੁਲਿਸ ਨੂੰ ਵੀ ਆਪਣੀ ਜਿਹੜੀ ਹੈਗੀ ਹੈ ਪਾਵਰ ਦਾ ਇਸਤੇਮਾਲ ਕਰਨਾ ਪਿਆ, ਬਲ ਪ੍ਰਯੋਗ ਜਿਹਨੂੰ ਕਹਿੰਦੇ ਆ ਹਿੰਦੀ 'ਚ, ਜੀ ਉਹ ਬਲ ਪ੍ਰਯੋਗ ਕੀਤਾ ਉੱਥੇ। ਔਰ ਹਾਲਤ ਬਹੁਤ ਡਾਢੀ ਮਾੜੀ ਹੈ। ਇਕੱਲੀ ਇਹ ਗੁਜਰਾਤ ਦੀ ਨਹੀਂ, ਮੇਰਾ ਖਿਆਲ ਹੈ ਵੀ ਲਗਭਗ ਸਾਰੇ ਹੀ ਸੂਬਿਆਂ 'ਚ ਪ੍ਰਵਾਸੀਆਂ ਦੀ ਹਾਲਤ ਇਹੋ ਜਿਹੀ ਹੈ। ਪਰ ਢਿੱਲੋਂ ਸਾਹਿਬ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਵਾਲੇ ਪਾਸੇ ਆ ਜਾਈਏ ਤਾਂ ਕਹਿੰਦੇ ਚੀਫ ਸੈਕਟਰੀ ਵਾਲੇ ਮਾਮਲੇ ਤੇ ਫਿਰ ਹੋ ਗਏ ਜੀ ਖੱਖੜੀਆਂ ਕਰੇਲੇ। ਦੇਖੋ ਗੱਲ ਇੱਕ ਇਹ ਹੈ ਕਿ ਖੱਖੜੀਆਂ ਕਰੇਲੇ ਤਾਂ ਜਿਹੜੀ ਕਈ ਵਾਰੀ ਹੈ ਨਾ ਵੀ ਜਿਹੜਾ ਕਹਿੰਦੇ ਹੁੰਦੇ ਵੀ ਸ਼ੀਸ਼ੇ ਦੇ ਮਹਿਲ 'ਚ ਬੈਠ ਕੇ ਦੂਜਿਆਂ ਦੇ ਡਲੇ ਨਹੀਂ ਮਾਰਨੇ ਚਾਹੀਦੇ। ਜੀ, ਚਾਹੇ ਕੋਈ MLA ਹੈ, ਚਾਹੇ ਕੋਈ MP ਹੈ, ਚਾਹੇ ਕੋਈ ਵਜ਼ੀਰ ਹੈ, ਚਾਹੇ ਮੰਤਰੀ ਹੈ, ਸੰਤਰੀ ਹੈ, ਮੁੱਖ ਮੰਤਰੀ ਹੈ, ਪ੍ਰਧਾਨ ਮੰਤਰੀ ਹੈ, ਜੀ ਜੇ ਤੁਹਾਡਾ ਆਪ ਦਾ ਦਾਮਨ ਸਾਫ਼ ਹੈ, ਤੁਸੀਂ ਕਿਸੇ ਨੂੰ ਫੇਰ ਹੀ ਕੁਛ ਕਹਿ ਸਕਦੇ ਹੋ। ਉਹ ਆਪਾਂ ਕਹਾਵਤ ਸੁਣਦੇ ਰਹੇ ਹਾਂ ਨਾ ਜੀ ਕਿ ਕੋਈ ਬੱਚਾ ਖਾਂਦਾ ਸੀ ਗੁੜ ਤੇ ਮਾਂ ਲੈ ਕੇ ਚਲੀ ਗਈ ਕਿਸੇ ਸਾਧ ਕੋਲੇ, ਕਹਿੰਦੀ ਬਾਬਾ ਗੁੜ ਖਾਂਦਾ, ਇਹਨੂੰ ਸਮਝਾਓ ਕੁਛ, ਕੋਈ ਥੌਲਾ ਪਾਓ ਇਹਦੇ ਤੇ, ਟੂਣਾ ਟਾਮਣ ਕਰੋ। ਕਹਿੰਦਾ ਭਾਈ ਕੱਲ ਨੂੰ ਆ ਜੀ। ਅਗਲੇ ਦਿਨ ਉਹ ਫੇਰ ਚਲੀ ਗਈ ਮਾਤਾ, ਉਹਨੇ ਸਾਧ ਨੇ ਥੌਲਾ ਥੂਲਾ ਤੱਕ ਕੀ ਪਾਉਣਾ ਸੀ, ਉਹਨੂੰ ਬੱਚੇ ਨੂੰ ਪਲੋਸ ਕੇ ਕਹਿੰਦਾ ਲੈ ਵੀ ਕਾਕਾ ਜੀ ਗੁੜ ਬੜੀ ਮਾੜੀ ਚੀਜ਼ ਹੈ, ਖਾਣਾ ਨਹੀਂ ਚਾਹੀਦਾ। ਕਈ ਵਾਰੀ ਇਹਦੇ ਨਾਲ ਫੋੜੇ ਫਿੰਸੀਆਂ ਹੋ ਜਾਂਦੇ ਆ, ਠੀਕ ਨਹੀਂ ਹੁੰਦੇ। ਜੀ ਮਾਤਾ ਨੇ ਵੀ ਸੁਣ ਲਿਆ ਵੀ ਮੇਰੇ ਪੁੱਤ ਨੂੰ ਸਮਝਾਤਾ। ਕਹਿੰਦੀ ਬਾਬਾ ਫਿਰ ਮੇਰੀ ਬਾਟ ਕਿਉਂ ਪਵਾਈ, ਤੂੰ ਕੱਲ ਹੀ ਇਹ ਕੁਛ ਕਹਿ ਦਿੰਦਾ। ਕੱਲ ਹੀ ਕਹਿ ਦਿੰਦਾ। ਕਹਿੰਦਾ ਭਾਈ ਮੈਂ ਕੱਲ ਕਹਿਣ ਦੇ ਸਮਰੱਥ ਨਹੀਂ ਸੀ। ਕਹਿੰਦੇ ਕੀ ਗੱਲ? ਕਹਿੰਦਾ ਪਹਿਲਾਂ ਆਪ ਜੀ ਖਾ ਕੇ ਹਟਿਆ ਸੀ, ਮੇਰੇ ਪੇਟ ਦੇ ਵਿੱਚ ਤਾਂ ਗੁੜ ਪਿਆ ਸੀ। ਜਿਹਦੇ ਆਪ ਦੇ ਪੇਟ 'ਚ ਗੁੜ ਪਿਆ ਹੋਵੇ ਦੂਜੇ ਨੂੰ ਕਿਉਂ ਸਮਝਾਵੇ? ਮੇਰਾ ਮੋਰਲ, ਜਿਹਨੂੰ ਆਪਾਂ ਹੁਣ ਮੋਰਲ ਕਹਿ ਦਿੰਦੇ ਹਾਂ, ਇਹ ਇਖਲਾਕ ਜਿਹੜੀ ਹੈਗੀ ਹੈ ਮੇਰੀ, ਇਹ ਇਜਾਜ਼ਤ ਨਹੀਂ ਦਿੰਦਾ ਸੀ, ਇਸ ਕਰਕੇ ਮੈਂ ਤੁਹਾਨੂੰ ਤਾਂ ਸੱਦ ਲਿਆ ਸੀ। ਹੁਣ ਜਦੋਂ ਤੁਸੀਂ ਕਿਸੇ ਬੰਦੇ ਦੇ ਨੁਕਸ ਕੱਢਣਾ ਹੈ, ਤੁਸੀਂ ਪਹਿਲਾਂ ਆਪ ਸਾਫ਼ ਹੋਵੋ, ਆਪ ਪਾਕ ਹੋਵੋ। ਚਲੋ ਅਸੀਂ ਉਸ ਗੱਲ 'ਚ ਤਾਂ ਨਹੀਂ ਪੈਂਦੇ ਕੌਣ ਕਸੂਰਵਾਰ ਹੈ ਕੌਣ ਨਹੀਂ ਕਸੂਰਵਾਰ, ਲੇਕਿਨ 2-3 ਗੱਲਾਂ ਸਾਹਮਣੇ ਆ ਜਾਂਦੀਆਂ। ਹੁਣ ਇਹ ਜਿਹੜੇ ਬੰਦੇ ਰੌਲਾ ਪਾਉਣ ਵਾਲੇ ਸੀ, ਉਹਨਾਂ ਦੇ ਵਿੱਚ ਇੱਕ ਭਾਰਤ ਭੂਸ਼ਣ ਆਸ਼ੂ ਵੀ ਸੀ ਜੀ, ਤੇ ਚਰਨਜੀਤ ਸਿੰਘ ਚੰਨੀ ਨਾਲ ਤਾਂ ਕਲੇਸ਼ ਹੀ ਪਿਆ ਸੀ, ਪੈ ਗਿਆ ਸੀ। ਹਾਂ, ਚਰਨਜੀਤ ਸਿੰਘ ਚੰਨੀ ਦਾ ਇਹ ਇਲਜ਼ਾਮ ਹੈ ਕਿ ਮੇਰੇ ਘਰੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਇਆ ਜੀ, ਤੇ ਮੈਨੂੰ ਆ ਕੇ ਉਹਨੇ ਕਿਹਾ ਵੀ ਚੰਨੀ ਤੂੰ ਕਰੀ ਕੀ ਜਾਨੇ, ਅਫਸਰ ਸਾਰੇ ਹੋ ਗਏ ਇਕੱਠੇ, ਅੱਛਾ ਜੀ, ਤੇ ਤੂੰ ਤੇਰੇ ਖਿਲਾਫ ਜਿਹੜਾ ਹੈਗਾ ਪਹਿਲਾਂ ਹੀ ਉਹਨਾਂ ਕੋਲ ਮਸਾਲਾ ਬੜਾ ਪਿਆ, ਜੇ ਤੂੰ ਐਂ ਬੁੜਕਦਾ ਰਿਹਾ, ਚੁੱਪ ਕਰਕੇ ਨਾ ਬੈਠਾ, ਐ ਮੈਨੂੰ ਚੱਕੀ ਗਿਆ ਮਾਮਲੇ ਨੂੰ, ਤੇ ਅਫਸਰ ਫਿਰ ਆਪਦੀ ਆਈ ਤੇ ਆ ਕੇ ਉਹ ਖਰਾਬ ਕਰਨਗੇ। ਉਹ ਕਹਿੰਦਾ ਜੀ ਮੇਰੀ ਤਾਂ ਬੇਇੱਜ਼ਤੀ ਕਰਤੀ, ਮੈਨੂੰ ਧਮਕੀਆਂ ਦਿੰਦਾ ਸੀ। ਜੋਗਿੰਦਰਪਾਲ ਨਾਂ ਦਾ ਇੱਕ MLA ਹੈ, ਉਹ ਉੱਧਰੋਂ ਪਠਾਨਕੋਟ ਵਾਲੇ ਪਾਸਿਓਂ ਜੀ, ਉਹ ਵੀ ਦਲਿਤ ਭਾਈਚਾਰੇ 'ਚ ਉਹ ਆ ਗਏ। ਤੇ ਚੰਦੀ ਸਾਹਿਬ ਤਾਂ ਕਹਿੰਦੇ ਜੇ ਕਿਤੇ ਕਰਫਿਊ ਨਾ ਲੱਗਿਆ ਹੁੰਦਾ, ਲਾਕਡਾਊਨ ਹੁੰਦਾ, ਤਾਂ ਕਹਿੰਦਾ ਕੰਡਾ ਹਾਲ ਜਾਂਦੀਆਂ ਇੱਥੇ ਦੀਆਂ। ਓਵਰ ਐਸਟੀਮੇਟ ਜ਼ਿਆਦਾ ਹੀ ਕਰ ਗਿਆ ਆਪਦੀ। ਉਹਨੇ ਕਹਿ ਤੇ ਚਲੋ ਮੁੱਖ ਮੰਤਰੀ ਨੂੰ ਡਿਊਟੀ ਲਾਈ ਹੈ ਜਾਖੜ ਸਾਹਿਬ ਦੀ ਵੀ ਜੇ ਤੁਸੀਂ ਇਹਨਾਂ ਦੀ ਗੱਲ ਕਰਾਓ ਬੈਠ ਕੇ, ਕੀ ਗੱਲ ਹੈ, ਕੀ ਰੌਲਾ ਰੱਪਾ ਇਹਨਾਂ ਦਾ। ਹੁਣ ਅਗਲੀ ਗੱਲ ਇਹ ਵੀ ਭਾਰਤ ਭੂਸ਼ਣ ਆਸ਼ੂ ਵੀ ਹੈ। ਭਾਰਤ ਭੂਸ਼ਣ ਆਸ਼ੂ ਬਾਰੇ ਕੀ ਤੋਂ ਕੀ ਨਹੀਂ, ਉਹ ਤਾਂ ਪਤਾ ਹੈਗਾ ਜੀ, ਉਹ ਤਾਂ ਸੋਸ਼ਲ ਮੀਡੀਆ ਤੇ ਚੱਕ ਲਓ, DSP ਬਲਵਿੰਦਰ ਸਿੰਘ ਬੈਂਸ, ਬਸ ਉਹ ਇਕੱਲਾ ਹੀ ਨਹੀਂ ਮੁੱਕਦਾ। ਉਹ ਇਕੱਲੇ ਨੇ ਜਿਹੜਾ ਮਸਾਲਾ ਉਹ ਲਈ ਬੈਠਾ ਹੈ, ਜੋ ਸਮਾਨ ਉਹ ਕੱਢ ਕੇ ਪੇਸ਼ ਕਰੀ ਜਾਂਦਾ ਪ੍ਰੈਸ ਕਾਨਫਰੰਸ 'ਚ ਵੀ ਆਹ ਪਿਆ ਤੇ ਆਹ ਪਿਆ, ਚੱਕ ਜੱਕੇ ਤੇ ਜੱਕਾ ਪਿਆ। ਤੇ ਮੇਰਾ ਖਿਆਲ ਹੈ ਵੀ ਉਹ ਤਰੀਕੇ ਨਾਲ ਫਿਰ ਇਹਨੂੰ ਵੀ ਸਮਝਾਤਾ ਹੋਣਾ ਕਿਸੇ ਨੇ ਵੀ ਕਾਕਾ ਜੀ ਬਚ ਕੇ ਰਹੋ ਜੀ, ਲੈਣਾ ਦੇਣਾ ਕੀ ਹੈ। ਤੇ ਰਹਿ ਗਏ ਬਲਵੀਰ ਸਿੰਘ ਹੋਣੀ, ਮਹਿਕਮਾ ਸਿਹਤ ਹੈ। ਤੁਹਾਡੀ ਯਾਦ ਹੈ ਕੱਲ੍ਹ ਇੱਕ ਰੌਲਾ ਪਾਇਆ ਸੀ ਵੀ ਸਿਹਤ ਨਹੀਂ ਵੀ ਉਹ ਜਿਹੜੀਆਂ ਨਸ਼ਾ ਛਡਾਉਣ ਵਾਲੀਆਂ ਗੋਲੀਆਂ ਦੀਆਂ ਬਹੁਤ ਲੱਖਾਂ ਦੀ ਗਿਣਤੀ 'ਚ ਗਾਇਬ ਹੋ ਗਈਆਂ,
ਤੇ ਉਹਨਾਂ ਦੇ ਪੈਸੇ ਕਿੰਨੇ ਹੋਣਗੇ, ਕੀ ਆ ਰੌਲਾ ਰੱਪਾ ਪੈ ਗਿਆ ਸੀ। ਮੇਰਾ ਖਿਆਲ ਡਾਕਟਰ ਪਿਆਰੇ ਲਾਲ ਗਰਗ ਨੇ ਇੱਕ ਆਰਟੀਕਲ ਲਿਖਿਆ ਸੀ, ਅੱਛਾ ਜੀ। ਉਸ ਆਰਟੀਕਲ ਨੂੰ ਆਧਾਰ ਬਣਾਇਆ ਸੀ ਵਿਕਰਮ ਸਿੰਘ ਮਜੀਠੀਆ ਨੇ। ਇਹ ਮਤਲਬ ਚੱਲਦੀ ਸੀ ਵੀ ਚਲੋ ਇਧਰ ਮੁਸੀਬਤ ਪੈ ਗਈ ਮਨਪ੍ਰੀਤ ਸਿੰਘ ਬਾਦਲ ਤੇ, ਪਹਿਲਾਂ ਮਾਤਾ ਦੀ ਡੈਥ ਹੋ ਗਈ ਸੀ, ਫਿਰ ਪਿਤਾ ਜੀ ਦੀ ਡੈਥ ਹੋ ਗਈ, ਬੰਦਾ ਘਰੇ ਸੀ ਆਪਦੇ, ਅੱਜ ਤਾਂ ਚਲੋ ਭੋਗ ਪਿਆ ਜੀ। ਉਹ ਇਧਰ ਆਏ ਹੋਏ ਸੀਗੇ ਤੇ ਕਿਉਂਕਿ ਲੀਡਰ ਤਾਂ ਜੇ ਆਪਾਂ ਦੇਖੀਏ ਤਾਂ ਮਨਪ੍ਰੀਤ ਬਾਦਲ ਹੀ ਸੀ। ਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਕਮਾਂਡਰਵਾਜ ਫੌਜਾਂ ਫਿਰ ਫੈਸਲੇ ਫੂਸਲੇ ਕਿਵੇਂ ਲੈਂਦੀ ਉਹ ਪਤਾ ਹੀ ਆਪਾਂ ਨੂੰ। ਹੁਣ ਮੁੱਖ ਮੰਤਰੀ ਨੂੰ ਵੀ ਕੋਈ ਲੋੜ ਪੈ ਗਈ ਵੀ ਆਪਾਂ ਕਿਸੇ ਗੱਲ ਤੇ ਗੱਲ ਕਰੀਏ, ਤੇ ਉਹਨਾਂ ਨੇ ਜੀ ਫਿਰ ਉਹੀ ਤਰੀਕਾਕਾਰ ਪੁਰਾਣਾ ਵੀ ਆਓ ਜੀ ਮੀਟਿੰਗ ਕਰਨੀ ਹੈ। ਅੱਛਾ ਜੀ। ਤੇ ਉਸ ਮੀਟਿੰਗ ਦੇ ਵਿੱਚ ਜਿਹੜੇ ਬੰਦੇ ਹਾਜ਼ਰ ਹੋਏ, ਮੁੱਖ ਮੰਤਰੀ ਨੇ ਹੋਣਾ ਸੀ, ਚੀਫ ਸੈਕਟਰੀ ਦਾ ਵੀ ਬਣਦਾ ਸੀ, ਤੇ ਚੀਫ ਸੈਕਟਰੀ ਨੇ ਨਾਲ ਦੋ ਆਪਦੇ ਐਡੀਸ਼ਨਲ ਚੀਫ ਸੈਕਟਰੀ ਲੈ ਲਏ ਜੀ। ਇੱਕ ਤਾਂ ਉਹੀ ਸਤੀਸ਼ ਚੰਦਰਾ ਜਿਹਨੇ ਪਿਛਲੀ ਕੈਬਨਿਟ ਮੀਟਿੰਗ ਕੰਡਕਟ ਕੀਤੀ ਸੀ ਜੀ, ਤੇ ਦੂਜੀ ਬੀਬੀ ਬਿੰਨੀ ਮਹਾਜਨ। ਬਿੰਨੀ ਮਹਾਜਨ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਵੀ ਹੈ ਜੀ, ਔਰ ਨਾਲ ਉਹ ਸਾਡੇ ਡੀਜੀਪੀ ਹੈ ਦਿਨਕਰ ਗੁਪਤਾ ਜੀ, ਉਹਨਾਂ ਦੀ ਮਿਸਿਸ ਵੀ ਹੈ, ਉਹ ਵੀ ਹੋ ਗਏ। ਇਹ ਚਲੇ ਗਏ ਜੀ ਮੁੱਖ ਮੰਤਰੀ ਸਾਹਿਬ ਆਪਦੀ ਕੁਰਸੀ ਤੇ ਬੈਠੇ। ਫਿਰ ਹੌਲੀ ਹੌਲੀ ਕਰਕੇ ਜੀ ਜਿਹੜੇ ਹੋਰ ਆਏ ਜੀ, ਉਹਨਾਂ ਦੇ ਵਿੱਚ ਹੀ ਆ ਗਏ ਆਪਣੇ ਭਾਰਤ ਭੂਸ਼ਣ ਆਸ਼ੂ ਜੀ ਆ ਗਏ, ਤੇ ਸਰਦਾਰ ਬਲਵੀਰ ਸਿੰਘ ਹੈਲਥ ਮਿਨਿਸਟਰ ਉਹ ਆ ਗਏ। ਅੱਛਾ ਜੀ। ਫਿਰ ਜੀ ਆਪਣੇ ਅੰਮ੍ਰਿਤਸਰ ਵਾਲੇ ਸੋਨੀ ਸਾਹਿਬ ਵੀ, ਉਹ ਵੀ ਆ ਗਏ। ਤੇ ਇੱਕ ਕੁਲਦੀਪ ਸਿੰਘ ਵੈਦ ਹੈ, ਉਹ ਤਾਂ ਕਹਿੰਦੇ ਆਪਦੀ ਫੇਸਬੁੱਕ ਹੀ ਕਹਿੰਦੇ ਡਿਲੀਟ ਕਰ ਚੁੱਕੇ ਆ, ਕਹਿੰਦੇ ਉਹ ਪਿੰਡ ਲੁਧਿਆਣੇ ਵਾਲੇ ਨੂੰ ਇਸ ਗੱਲ ਦਾ ਇਤਰਾਜ਼ ਹੋ ਗਿਆ ਵੀ ਉਹਨੂੰ ਫੜੀਏ ਕਿੱਥੇ, ਕਹਿੰਦੇ। ਹਾਂ ਅੱਛਾ, ਉਹ ਵੀ ਆ ਗਏ। ਹਾਂਜੀ। ਤੇ ਕੁਲਜੀਤ ਸਿੰਘ ਨਾਗਰਾ ਜੀ, ਯੂਥ ਬ੍ਰਿਗੇਡ, ਉਹ ਵੀ ਆ ਗਏ। ਹੁਣ ਕੁਲਜੀਤ ਸਿੰਘ ਨਾਗਰਾ ਵੀ ਸਿਆਸੀ ਸਲਾਹਕਾਰ ਹੈ ਜੀ, ਮੁੱਖ ਮੰਤਰੀ ਸਾਹਿਬ ਦਾ ਕੈਬਨਿਟ ਰੈਂਕ ਵਾਲੇ ਮੇਰੇ ਖਿਆਲ ਜਿਹੜੇ ਸੀ ਉਹਨਾਂ 'ਚ, ਹਾਲਾਂਕਿ ਰਾਜਾ ਵੜਿੰਗ ਅਮਰਿੰਦਰ ਸਿੰਘ ਵੀ ਸੀਗਾ ਜੀ, ਪਰ ਰਾਜਾ ਵੜਿੰਗ ਤਾਂ ਵਜ਼ੀਰਾਂ ਨਾਲੋਂ ਵੀ ਜ਼ਿਆਦਾ ਤਿੱਖਾ ਹੋ ਗਿਆ ਸੀ ਚੀਫ ਸੈਕਟਰੀ ਦੇ ਖਿਲਾਫ। ਮੇਰਾ ਖਿਆਲ ਆ ਵੀ ਉਹ ਜਿਹੜਾ ਹੈਗਾ ਬਦਲ, ਕਿਉਂਕਿ ਉਹ ਵੀ ਰਾਹੁਲ ਦੀ ਟੀਮ ਦੇ, ਕੁਲਜੀਤ ਸਿੰਘ ਨਾਗਰਾ ਸਾਹਿਬ ਵੀ ਰਾਹੁਲ ਦੀ ਟੀਮ ਨੂੰ ਵੀ ਸੈੱਟ ਜੇ ਕਰਕੇ ਉਹ ਸਾਰਾ ਕੁਝ ਹੋ ਗਿਆ। ਇਹਦੇ ਤੋਂ ਐਂ ਲੱਗਦਾ ਵੀ ਜਿਹੜੀ ਚੀਫ ਸੈਕਟਰੀ ਦੇ ਖਿਲਾਫ ਮੋਰਚਾਬੰਦੀ ਵਿੱਢੀ ਸੀ ਜੀ, ਉਹ ਮੋਰਚਾਬੰਦੀ ਤਿੜਕ ਕੀ ਲੱਗਦੀ ਹੈ। ਏਕਤਾ ਜਿਹੜੀ ਹੈ ਵਜ਼ੀਰਾਂ ਦੀ, ਕਿਉਂਕਿ ਜੇ ਆਪਾਂ ਦੂਜੇ ਦੇਖੀਏ ਰੈਜੂਲੇਸ਼ਨ ਤੇ ਤਾਂ ਭਾਵੇਂ ਸਾਰਿਆਂ ਦੇ ਕਰੀ ਚੱਲੋ, ਪਰ ਹੁਣ ਕਹਿੰਦੇ ਆ ਕਿ ਜਿਹੜੀ ਕਾਰਵਾਈ ਆਈ ਆ ਬਾਹਰ ਕੈਬਨਿਟ ਦੀ ਜੀ, ਉਹਦੇ ਵਿੱਚ ਕਿਤੇ ਜ਼ਿਕਰ ਹੀ ਹੈ ਨਹੀਂ ਵੀ ਰੈਜੂਲੇਸ਼ਨ ਵੀ ਪਾਸ ਹੋਇਆ ਚੀਫ ਸੈਕਟਰੀ ਦੇ ਖਿਲਾਫ। ਅੱਛਾ, ਹੈ ਹੀ ਨਹੀਂ, ਰਿਕਾਰਡ ਐਵੇਂ ਹੀ ਰਹਿ ਗਿਆ। ਉਹ ਹੁਣ ਰਿਕਾਰਡ ਕਾਰਵਾਈ ਦੇ ਵਿੱਚ ਉਹਨੇ ਲਿਖਿਆ ਨਹੀਂ ਲਿਖਿਆ, ਉਹ ਤਾਂ ਅਫਸਰਾਂ ਨੇ ਲਿਖਣੀ ਹੈ ਕਾਰਵਾਈ, ਚੀਫ ਮਿਨਿਸਟਰ ਦੀ ਸਹਿਮਤੀ ਨਾਲ ਲਿਖੀ ਹੈ। ਜੇ ਚੀਫ ਹੁਣ ਵੈਸੇ ਤਾਂ ਨਵੇਂ ਚੀਫ ਸੈਕਟਰੀ ਬਾਰੇ ਅਖਬਾਰਾਂ ਵਾਲਿਆਂ ਨੇ ਕਿਆਸ ਰਾਈਆਂ ਵੀ ਸ਼ੁਰੂ ਕਰਤੀਆਂ ਸੀ ਜੀ, ਕੌਣ ਲੱਗੂਗਾ, ਪਰ ਉਹ ਕੱਲਾ ਮਹਿਕਮਾ ਵਾਪਸ ਲੈ ਲਿਆ ਸੀ। ਮੇਰਾ ਮੱਥਾ ਤਾਂ ਉਹਦੇ ਟਣਕਿਆ ਸੀ ਜਦੋਂ ਮਹਿਕਮਾ ਵਾਪਸ ਲੈ ਲਿਆ, ਗੱਲ ਖਤਮ ਹੋ ਗਈ। ਬੰਦੇ ਤੇ ਮਹੀਨੇ 3 ਰਹਿੰਦੇ ਉਹਦੇ ਰਿਟਾਇਰ ਹੋਣ ਦੇ ਵਿੱਚ, ਵੀ ਉਦੋਂ ਰਿਟਾਇਰ ਹੋਊਗਾ, ਮੈਂ ਆਪਦੀ ਬਿਊਰੋਕ੍ਰੇਸੀ ਨੂੰ ਕਿਉਂ ਰਸਾਵਾਂ ਜਿਨ੍ਹਾਂ ਤੋਂ ਕੰਮ ਲੈਣੇ। ਸੋ ਲੱਗਦਾ ਹੈ ਕਿ ਮਾਮਲਾ ਤਿਰਕ ਗਿਆ। ਚਲੋ ਹੁਣ ਦੇਖਦੇ ਫਿਰ ਇਸ ਤੋਂ ਬਾਅਦ ਹੁੰਦਾ ਕੀ ਹੈ। ਤੇ ਉਧਰ ਢਿੱਲੋਂ ਸਾਹਿਬ ਸਲੂਟ ਆ ਆਪਣੀ ਧੀ ਨੂੰ, ਮਨਮੀਤ ਕੌਰ ਨੂੰ, ਜਿਹੜੀ ਪਾਕਿਸਤਾਨ ਦੀ ਜਰਨਲਿਸਟ ਹੈ। ਕਹਿੰਦੇ ਦੁਨੀਆ ਭਰ ਦੀਆਂ 100 ਉੱਚ ਕੋਟੀ ਦੀਆਂ ਸ਼ਖਸੀਅਤਾਂ ਦੇ ਵਿੱਚ ਇਸ ਬੱਚੀ ਦਾ ਨਾਮ ਹੈ। ਬਿਲਕੁਲ, ਇਹ ਜਿਹੜੀਆਂ ਸ਼ਖਸੀਅਤਾਂ ਹੈ ਇਹ ਦੁਨੀਆ ਦੀਆਂ, ਇਹ ਸਿੱਖ ਸ਼ਖਸੀਅਤ ਹੈ ਜੀ, ਜਿਨ੍ਹਾਂ ਨੇ ਸਿੱਖ ਸਮਾਜ ਦੇ ਵਿੱਚ ਜਨਮ ਲਿਆ ਹੋਏ। ਬਹੁਤ ਵੱਡੀ ਗੱਲ ਹੈ ਜੀ। ਵੈਸੇ ਇਹ ਇੰਗਲੈਂਡ ਬੇਸਡ ਗਰੁੱਪ ਹੈ ਇੱਕ ਜੀ, ਔਰ ਇਸ ਗਰੁੱਪ ਦੇ ਵਿੱਚ ਖੇਡਾਂ ਦੇ ਖਿਡਾਰੀ ਵੀ ਹੈ ਜੀ, ਇਹਦੇ ਵਿੱਚ ਦਾਨ ਦੇਣ ਵਾਲੇ ਵੀ ਵੱਡੇ ਵੱਡੇ ਲੋਕ ਹੈ, ਇਹਦੇ ਵਿੱਚ ਵਿਦਵਾਨ ਵੀ ਹੈ ਜੀ, ਇਹਦੇ ਵਿੱਚ ਬਹੁਤ ਵੱਡੇ ਵੱਡੇ ਕਾਰੋਬਾਰੀ ਵੀ ਹੈ ਜੀ, ਬਹੁਤ ਸਿਆਣੇ ਬੰਦੇ ਤੇ ਉਹਨਾਂ ਸਿਆਣੇ ਬੰਦਿਆਂ ਨੇ ਇੱਕ ਗਰੁੱਪ ਬਣਾਇਆ ਹੋਇਆ ਸਿੱਖ ਗਰੁੱਪ ਜੀ। ਉਹ ਸਿੱਖ ਗਰੁੱਪ ਹਰ ਸਾਲ 100 ਸਿੱਖ ਸ਼ਖਸੀਅਤਾਂ ਦੀ ਚੋਣ ਕਰਦਾ ਹੈ। ਅੱਛਾ ਜੀ। ਦੁਨੀਆ ਦੇ ਵਿੱਚ ਵੀ ਜਿਹਨੇ ਜਿੱਥੇ ਕੋਈ ਪ੍ਰਾਪਤੀ ਕੀਤੀ ਹੁੰਦੀ ਹੈ ਤਾਂ ਉਹ ਦਿਖਾਉਣ ਕਿ ਹਾਂ ਸਾਡੇ ਜਿਹੜੇ 100 ਬੰਦੇ ਆ, ਆਹ ਸਾਡੀਆਂ ਅਹਿਮ ਸ਼ਖਸੀਅਤਾਂ ਜਿਨ੍ਹਾਂ ਨੇ ਕੋਈ ਸਮਾਜ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੈ ਜੀ, ਸਮਾਜ ਦੇ ਵਿੱਚ ਵਿਲੱਖਣ ਕੁਛ ਕੰਮ ਕੀਤਾ ਹੈ। ਤੇ ਉਹਨਾਂ 100 ਸ਼ਖਸੀਅਤਾਂ ਦੇ ਵਿੱਚ ਸਾਡੇ ਗੁਆਂਢ 'ਚ ਸਾਡੇ ਲਹਿੰਦੇ ਪੰਜਾਬ ਦੀ ਜੀ ਮਨਮੀਤ ਕੌਰ, ਮਨਮੀਤ ਕੌਰ ਮੇਰਾ ਖਿਆਲ ਜਿਹੜੀ ਹੈ ਬਿਲੋਂਗ ਵੀ ਪਿਸ਼ਾਵਰ ਨੂੰ ਕਰਦੀ ਹੈ। ਅੱਛਾ ਜੀ। ਹੁਣ ਪਿਸ਼ਾਵਰ ਦੇ ਵਿੱਚ ਰਹਿ ਕੇ ਜੀ ਕੁੜੀ ਹੋਵੇ ਤੇ ਪੱਤਰਕਾਰਤਾ ਦੇ ਖੇਤਰ 'ਚ ਉਹਨਾਂ ਪਹਿਲੀ ਗੱਲ ਤਾਂ ਹੈ ਕਿ ਪਾਕਿਸਤਾਨ ਵਰਗੇ ਦੇਸ਼ ਦੇ ਵਿੱਚ ਕੁੜੀਆਂ ਦਾ ਬਾਹਰ ਆਉਣਾ ਹੀ ਖਾਲਾ ਜੀ ਦਾ ਬਾੜਾ ਨਹੀਂ, ਬਹੁਤ ਵੱਡੀ ਗੱਲ ਹੈ। ਉਹ ਕੁੜੀ ਬਾਹਰ ਆਉਂਦੀ ਹੈ, ਬਾਹਰ ਆ ਕੇ ਪੜ੍ਹਾਈ ਲਿਖਾਈ ਕਰਦੀ ਹੈ ਜੀ, ਪੜ੍ਹਾਈ ਲਿਖਾਈ ਕਰਕੇ ਪੱਤਰਕਾਰਤਾ ਵਰਗਾ ਜਿਹੜਾ ਹੈਗਾ ਬਹੁਤ ਹੀ ਚੁਣੌਤੀਪੂਰਨ ਕੀਤਾ ਜਿਹੜਾ
ਪ੍ਰੋਫੈਸ਼ਨ ਉਹਨੂੰ ਅਡਾਪਟ ਕਰਦੀ ਹੈ ਔਰ ਉਹਦੇ ਵਿੱਚ ਵੀ ਉਹਦਾ ਜਿਹੜਾ ਕੰਮ ਹੈ ਬੜਾ ਸਲਾਹੁਣਯੋਗ ਹੈ, ਅਤੇ ਕੰਮ ਕਰਦੀ ਕਿਸ ਗੱਲ 'ਤੇ ਉਹ ਮਾਈਨੈਰਿਟੀਜ਼ ਦੇ ਹੱਕ ਵਿੱਚ। Minorities ਦੇ, ਪਾਕਿਸਤਾਨ ਦੇ ਵਿੱਚ ਜਿਹੜੇ ਹੈਗੇ ਆ ਤੁਹਾਡੇ ਹਿੰਦੂ, ਸਿੱਖ, ਈਸਾਈ, ਬੋਧੀ, ਜੈਨੀ, ਇਹ ਲੋਕ ਹੈ ਜਿਹੜੀ ਇਹ ਮਾਈਨੈਰਿਟੀ 'ਚ ਹੈ, ਇਹ ਘੱਟ ਗਿਣਤੀਆਂ 'ਚ ਹੈ। ਮੁਸਲਮਾਨ ਭਾਈਚਾਰਾ ਵੱਧ ਗਿਣਤੀ ਦੇ ਵਿੱਚ ਹੈ, ਉੱਥੇ ਘੱਟ ਗਿਣਤੀਆਂ ਦੇ ਨਾਲ ਧੱਕੇ ਹੁੰਦੇ ਆ। ਪਿਛਲੇ ਦਿਨਾਂ 'ਚ ਆਪਾਂ ਖਬਰਾਂ ਪੜ੍ਹਦੇ ਰਹੇ ਹਾਂ ਜੀ ਕਿ ਜੀ ਉੱਥੇ ਆ ਹੋ ਗਿਆ ਜੀ, ਚਲੋ ਕਈ ਵਾਰੀ ਕੁੜੀ ਮੁੰਡੇ ਨੇ ਆਪਸੀ ਵਿਆਹ ਕਰਵਾਇਆ ਹੁੰਦਾ, ਐਂ ਵੀ ਹੋ ਜਾਂਦਾ ਹੈ ਕਿ ਜੀ ਇਹਦਾ ਧੱਕੇ ਨਾਲ ਹੋ ਗਿਆ। ਧੱਕੇ ਹੁੰਦੇ ਵੀ ਹੈ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਬੜੇ ਥਾਵਾਂ ਤੇ ਧੱਕੇ ਹੁੰਦੇ ਵੀ ਹੈ। ਪਿੱਛੇ ਜਿਹੇ ਤਾਂ ਮੇਰਾ ਖਿਆਲ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਸੀ ਜਦੋਂ ਉਹ ਨਨਕਾਣਾ ਸਾਹਿਬ ਦੇ ਗੁਰੂ ਘਰ ਦੀ ਗ੍ਰੰਥੀ ਦੀ ਬੇਟੀ ਦੀ ਇਸ ਤਰ੍ਹਾਂ ਸ਼ਾਦੀ ਹੋਈ ਸੀ। ਉਸ ਗੱਲ ਦੇ ਉੱਤੇ ਕਲੇਸ਼ ਪਿਆ ਸੀ ਤੇ ਕੁਝ ਲੋਕਾਂ ਨੇ ਨਨਕਾਣਾ ਸਾਹਿਬ ਗੁਰੂ ਘਰ ਦੇ ਸਾਹਮਣੇ ਆ ਕੇ ਧਰਨਾ ਲਾਤਾ ਸੀ ਜੀ, ਭੰਨ ਤੋੜ ਵੀ ਕਰਨੀ ਸ਼ੁਰੂ ਕਰਤੀ ਸੀ। ਇਸ ਕਿਸਮ ਦੀ ਮਤਲਬ ਕਾਫੀ ਹੋਇਆ ਸੀ। ਸੋ ਉਹੇ ਜਿਹੇ ਮਾਹੌਲ ਦੇ ਵਿੱਚ, ਉਹੇ ਜਿਹੇ ਸਮਾਜ ਦੇ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਲਈ ਕੰਮ ਕਰਨਾ, ਉਹਨਾਂ ਦੇ ਨਾਲ ਜਿਹੜੀ ਕੋਈ ਬੇਇਨਸਾਫੀਆਂ ਹੁੰਦੀਆਂ ਉਹਨਾਂ ਨੂੰ ਉਜਾਗਰ ਕਰਨਾ ਜੀ, ਔਰ ਤੁਸੀਂ ਆਪਣੇ ਆਪ ਨੂੰ ਸਾਰੇ ਕੰਨੀਆਂ ਦੇ ਵਿੱਚੋਂ ਮਤਲਬ ਪੂਰੀ ਤਰ੍ਹਾਂ ਸੁਰੱਖਿਅਤ ਰੱਖ ਕੇ ਜੀ ਇੱਕ ਮਾਰਕਾ ਮਾਰਨਾ, ਇਹ ਕੋਈ ਖਾਲਾ ਜੀ ਦਾ ਵੜਾ ਨਹੀਂ। ਤੇ ਜਿਸ ਤਰ੍ਹਾਂ ਚੋਣ ਕੀਤੀ ਹੈ, ਮੈਂ ਸਮਝਦਾ ਵੀ ਜਿਹੜੇ ਚੋਣ ਕਰਨ ਵਾਲੇ ਸਾਡੇ ਸੱਜਣ ਹੈ ਜੀ, ਵਧਾਈ ਉਹਨਾਂ ਨੂੰ ਵੀ ਹੋਵੇ। ਇਸ ਬੱਚੀ ਨੂੰ ਤਾਂ ਵਧਾਈ ਹੁੰਦੀ ਹੈ, 25 ਸਾਲਾਂ ਦੀ ਉਮਰ ਹੈ। 25 ਸਾਲਾਂ ਦੀ ਉਮਰ ਦੇ ਵਿੱਚ ਉਹਨੇ ਕਿੱਡੀ ਵੱਡੀ ਪ੍ਰਾਪਤੀ ਕੀਤੀ ਹੈ, ਛੋਟੀ ਨਹੀਂ। ਔਰ ਉਹਨੇ ਕਿਹਾ ਵੀ ਹੈ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਨੂੰ ਐਡਾ ਵੱਡਾ ਅਵਾਰਡ ਮਿਲੂ, ਲੇਕਿਨ ਮਾਪਿਆਂ ਦੇ ਸੰਸਕਾਰ ਜਿਹੜੇ ਦਿੱਤੇ ਹੋਏ ਹੈ ਜੀ, ਉਹਦੀ ਬਦੌਲਤ ਉਹਨੇ ਅਵਾਰਡ ਜਿਹੜਾ ਮਿਲਣਾ ਜੀ, ਇਹ ਮਿਲਣਾ ਹੈ ਲੰਡਨ, ਅੱਛਾ ਜੀ, ਇੰਗਲੈਂਡ ਮਿਲਣਾ ਹੈ। ਤੇ ਉਹਨੇ ਕਿਹਾ ਕਿ ਮੈਂ ਅਵਾਰਡ ਜਦੋਂ ਲੈਣ ਜਾਣੀ ਹੈ ਤੇ ਮੇਰੇ ਮਾਪੇ ਮੇਰੇ ਨਾਲ ਹੋਣਗੇ, ਜਿਹੜੇ ਮੇਰੇ ਪ੍ਰੇਰਨਾ ਸਰੋਤ ਹੈ। ਗੱਲ ਹੈ ਜੀ। ਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਜੁੜੇ ਹੋ ਤੇ ਵੀਰ ਸਾਰੇ ਇੱਕ ਨੰਬਰ ਨੋਟ ਕਰੋ ਜੀ, ਦਰਸ਼ਨ ਸਿੰਘ ਔਜਲਾ ਹੋਰਾਂ ਦਾ 510538 2983 510 538 2983। ਬੇ ਏਰੀਏ ਦੇ ਵਿੱਚ ਤੁਹਾਡੀ ਗੱਡੀ ਦਾ ਜੇਕਰ ਐਕਸੀਡੈਂਟ ਹੋ ਜਾਂਦਾ, ਇਸ ਨੂੰ ਨਵੀਂ ਨਕੋਰ ਬਣਾਉਣ ਦੇ ਲਈ ਫੇਅਰਵੇ ਆਟੋ ਸੈਂਟਰ 1421 ਇੰਡਸਟਰੀਅਲ ਪਾਰਕਵੇ ਵੈਸਟ, ਹੇਵਰਡਸ ਕੈਲੀਫੋਰਨੀਆ ਬਾਈ ਦਰਸ਼ਨ ਜੀ ਹੋਰਾਂ ਕੋਲੇ ਲੈ ਜਾਓ। ਬੇਕਰਸਵੀਲ ਏਰੀਏ ਵਿੱਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਆਪਣੇ ਘਰਾਂ ਤੇ ਵਪਾਰਕ ਸਥਾਨਾਂ ਦੀਆਂ ਛੱਤਾਂ ਤੇ ਸੋਲਰ ਸਿਸਟਮ ਲਾਓ, ਹਜ਼ਾਰਾਂ ਰੁਪਏ ਦੀ ਬੱਚਤ ਕਰ ਸਕਦੇ ਹੋ। ਜਤਿੰਦਰ ਸਿੰਘ ਤੂਰ ਹੋਰਾਂ ਨਾਲ ਸੰਪਰਕ ਕਰ ਲਓ ਜੀ, 6617541722 661 754 1722 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਇੱਕ ਬ੍ਰੇਕ ਲੈ ਲਈਏ ਜੀ, ਬ੍ਰੇਕ ਲੈ ਕੇ ਫਿਰ ਹਾਜ਼ਰ ਹੁੰਨੇ ਆ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਮੈਂ ਸਵਰਨ ਸਿੰਘ ਦਾਨੇਵਾਲੀਆ ਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਜਿਹੜੇ ਉਹਨਾਂ ਨੇ ਕੀਤਾ, ਤੇ ਹੁਣ ਸਾਡੇ ਨਾਲ ਜੁੜਨਗੇ ਸਰਦਾਰ ਜਸਵੀਰ ਸਿੰਘ ਭੱਟੀ ਹੋਰੀ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਪੀਜੀਆਈ ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814232345। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. Quick Truck Lube.
ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾਂ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ 2 ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 6618858858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ।